लहरना अत प्यारा तवै मोहे एहो संयम करना गुरमुख होए सो करे विचार हो सत लिख तो रहना हर नाम जपै आप उतरै ओस पिछै जुग दे की करना नानक जो तिस भावै सो करे जो सो सहना हर नाम जपै आप उतरै ओस पिछै दुख दे भीतरना नानक जो तिस भावै सो करे जो सो सहना। वाहिगुरु जी का खालसा वाहिगुरु जी की फतेह। राजान राज पानान पान देवान देव उपमा महान। दसां पातशाहियां दी जोत तख्त चौर छत्र दे मालक जाहर जहूर हाजिर हजूर सर्व कला भरपूर। धन श्री गुरु ग्रंथ साहिब जी महाराज सतगुरां दी अपर अपार किरपालता दयालता दा सदका ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਜਗਤ ਗੁਰੂ ਬਾਬਾ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸੁੰਦਰ ਸਜੇ ਹੋਏ ਦੀਵਾਨ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਏ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਵ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਧਰਮਸ਼ਾਲਾ ਕਾਇਮ ਕੀਤੀਆਂ। ਸਭ ਥਾਵਾਂ ਤੇ ਸਤ ਸੰਗਤ ਕਾਇਮ ਕੀਤੀ। ਗਰੀਬ ਨਵਾਜ ਸਾਹਿਬ ਜੀ ਨੇ ਇਹ ਰਹਿਮਤ ਕੀਤੀ ਹੈ। ਕਲ ਕੇ ਸਭ ਦੁਖ ਨਿਵਾਰਨ ਕਉ ਭਵ ਤਾਰਨ ਕਉ ਕਲ ਪੀਤਰ ਆਏ। ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਪੁਰਾਣੇ ਸਾਰੇ ਸਾਧਨ ਮਹਾਰਾਜ ਸਾਹਿਬ ਜੀ ਨੇ ਦੂਰ ਕੀਤੇ। ਪ੍ਰਭੂ ਪਰਮੇਸ਼ਰ ਦਾ ਨਾਮ ਜਪਣ ਦਾ ਉਪਦੇਸ਼ ਬਖਸ਼ਿਸ਼ ਕੀਤਾ। ਕਲਯੁਗ ਉਧਾਰਿਆ ਗੁਰਦੇਵ ਮਾਲਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਇਹ ਸੇਵਾ ਸਿਮਰਨ ਦੀ ਦਾਤ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ।
ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਅੰਮ੍ਰਿਤ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਹਰੇਕ ਪੱਖ ਤੋਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਲੜੀਵਾਰ ਰੂਪ ਦੇ ਵਿੱਚ ਰਾਮਕਲੀ ਰਾਗ ਦੀ ਪਹਿਲੀ ਵਾਰ ਦੇ ਅੰਦਰ ਸਤਿਗੁਰੂ ਜੀ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, 13ਵੀਂ ਪੌੜੀ ਦੇ ਨਾਲ ਸਤਿਗੁਰੂ ਜੀ ਨੇ ਪਾਵਨ ਸ਼ਲੋਕ ਅੰਕਿਤ ਕੀਤੇ ਹਨ। 953 ਅੰਗ ਤੇ ਸਤਿਗੁਰੂ ਜੀ ਦੇ ਇਹ ਪਾਵਨ ਪਵਿੱਤਰ ਬਚਨ ਸੋਭਨੀਕ ਹਨ। ਜਿਵੇਂ ਮਹਾਰਾਜ ਸਾਹਿਬ ਜੀ ਕਿਰਪਾਲਤਾ ਕਰਦੇ ਸ਼ਰਧਾ ਭਾਵਨਾ ਆਦਰ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ, ਭੰਨਣ ਘੜਨ ਸਮਰੱਥ, ਰਿਜਕ ਦੀ ਕੁੰਜੀ ਤੇਰੇ ਹੱਥ। ਪੁਰਖਾ ਜੀ ਤੁਸੀਂ ਧੰਨ ਹੋ। ਐਸੇ ਵਰਦਾਨ ਜਿਨ੍ਹਾਂ ਸਤਿਗੁਰਾਂ ਨੂੰ ਦੂਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ, ਜਿਨ੍ਹਾਂ ਦੇ ਗੁਣ, ਜਿਨ੍ਹਾਂ ਦੀ ਉਪਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਹੈ। ਭੱਟ ਸਾਹਿਬਾਨਾਂ ਨੇ ਆਖਿਆ, ਘਨ ਹਰ ਬੂੰਦ ਬਸੋ ਅਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ। ਬੱਦਲ ਵਿੱਚੋਂ ਡਿੱਗੀਆਂ ਹੋਈਆਂ ਬੂੰਦਾਂ ਨਹੀਂ ਗਿਣੀਆਂ ਜਾ ਸਕਦੀਆਂ। ਬਸੰਤ ਰੁੱਤ ਦੇ ਖਿੜੇ ਹੋਏ ਫੁੱਲ ਨਹੀਂ ਗਿਣੇ ਜਾ ਸਕਦੇ। ਬਨਸਪਤੀ ਨਹੀਂ ਗਿਣੀ ਜਾ ਸਕਦੀ ਕਿ ਧਰਤੀ ਉੱਤੇ ਕਿੰਨੇ ਕੁ ਦਰਖਤ ਹਨ। ਰੋਮ ਨਹੀਂ ਸਰੀਰ ਦੇ ਗਿਣੇ ਜਾ ਸਕਦੇ। ਧਰਤੀ ਦੀ ਰੋਮਾਵਲੀ ਬਨਸਪਤੀ ਨਹੀਂ ਗਿਣੀ ਜਾ ਸਕਦੀ। ਸਰੀਰ ਦੀ ਰੋਮਾਵਲੀ ਰੋਮ ਨਹੀਂ ਗਿਣੇ ਜਾ ਸਕਦੇ। ਬਸੰਤ ਰੁੱਤ ਦੇ ਫੁੱਲ ਨਹੀਂ ਗਿਣੇ ਜਾ ਸਕਦੇ ਕਿੰਨੇ ਕੁ ਹਨ, ਗਿਣਤੀ ਤੋਂ ਬਾਹਰ ਹਨ। ਰਾਮ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰਾਂਗੇ ਅੰਤ ਕੋ ਪਾਵੇ। ਸੂਰਜ ਚੰਦਰਮਾ ਦੀਆਂ ਕਿਰਨਾਂ ਨਹੀਂ ਕੋਈ ਗਿਣ ਸਕਦਾ। ਸਮੁੰਦਰ ਦੀ ਡੂੰਘਾਈ ਨਹੀਂ ਕੋਈ ਮਾਪ ਸਕਦਾ। ਗੰਗਾ ਦੀਆਂ ਲਹਿਰਾਂ ਦਾ ਕੌਣ ਅੰਤ ਪਾ ਸਕਦਾ, ਕਿੰਨੀਆਂ ਕੁ ਲਹਿਰਾਂ। ਜਿਵੇਂ ਇਹ ਸਾਰਾ ਕੁਝ ਅਣਗਿਣਤ ਹੈ, ਗਿਣਤੀ ਤੋਂ ਪਰੇ ਹੈ, ਪਰ ਇਹਨਾਂ ਨੂੰ ਕੋਈ ਗਿਣ ਲਵੇ ਤਾਂ ਸ਼ਾਇਦ ਗਿਣ ਹੀ ਲਵੇ। ਭੱਟ ਸਾਹਿਬ ਕਹਿੰਦੇ, ਸ਼ਿਵ ਜੀ ਵਾਂਗੂ ਕੋਈ ਸਮਾਧੀ ਲਾ ਕਰਕੇ, ਸਤਿਗੁਰੂ ਜੀ ਪਾਸੋਂ ਗਿਆਨ ਲੈ ਕਰਕੇ ਸਾਰਾ ਕੁਝ ਤਾਂ ਗਿਣਿਆ ਜਾ ਸਕਦਾ ਹੈ, ਪਰ ਭੱਲੇ ਬੰਸ ਵਿੱਚ ਪ੍ਰਗਟ ਹੋਣ ਵਾਲੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਆਪ ਜੀ ਦੇ ਗੁਣ ਤੇ ਆਪ ਜੀ ਦੀ ਉਪਮਾ ਨਹੀਂ ਕੋਈ ਬਿਆਨ ਕਰ ਸਕਦਾ। ਉਰਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ, ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਐਸੇ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਹਨ। ਮੂਰਖ ਹੋਵੈ ਸੋ ਸੁਣੈ, ਮੂਰਖ ਕਾ ਕਹਿਣਾ। ਗਰੀਬ ਨਵਾਜ ਸਾਹਿਬ ਜੀ ਮੂਰਖ ਦੇ ਲੱਛਣ ਦੱਸਦੇ ਹਨ। ਮਹਾਰਾਜ ਕਹਿੰਦੇ ਵੀ ਮੂਰਖ ਕੌਣ ਹੈ, ਬੇਸਮਝ ਕੌਣ ਹੈ। ਗੁਰਬਾਣੀ ਦੇ ਅੰਦਰ ਸਾਧ ਸੰਗਤ ਜੀ ਹਰੇਕ ਪੱਖ ਦਾ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਹੈ। ਸਿਆਣਾ ਕੌਣ ਹੈ ਵੀ ਦੱਸਿਆ ਹੈ ਤੇ ਮੂਰਖ ਕੌਣ ਹੈ ਵੀ ਦੱਸਿਆ ਹੈ। ਸੁੰਦਰ ਕੌਣ ਹੈ ਇਹ ਵੀ ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਫਰਮਾਇਆ ਹੈ।
ਤੇ ਕਰੂਪ ਕੌਣ ਹੈ ਵੀ ਦੱਸਿਆ। ਇੱਥੇ ਮਹਾਰਾਜ ਮੂਰਖ ਦੇ ਲੱਛਣ ਦੱਸ ਰਹੇ ਹਨ ਇਸ ਪਵਿੱਤਰ ਬਚਨ ਦੇ ਵਿੱਚ। ਮੂਰਖ ਹੋਵੈ, ਮਹਾਰਾਜ ਕਹਿੰਦੇ ਜਿਹੜਾ ਮੂਰਖ ਹੁੰਦਾ, ਬੇਸਮਝ ਹੁੰਦਾ, ਸੋ ਸੁਣੈ, ਉਹ ਸੁਣਦਾ ਹੈ ਮੂਰਖ ਕਾ ਕਹਿਣਾ। ਮੂਰਖ ਦਾ ਕਿਹਾ ਹੋਇਆ, ਮਹਾਰਾਜ ਕਹਿੰਦੇ ਮੂਰਖ ਹੀ ਸੁਣਦਾ। ਮੂਰਖ ਦੇ ਕਹੇ ਹੋਏ ਬੋਲਾਂ ਨੂੰ ਮੂਰਖ ਹੀ ਸੁਣਦਾ। ਗਰੀਬ ਨਵਾਜ ਕਹਿੰਦੇ ਉਹ ਮੂਰਖ ਹੈ ਜਿਹੜਾ ਮੂਰਖ ਦਾ ਕਿਹਾ ਹੋਇਆ ਸੁਣਦਾ ਹੈ। ਜਿਹੜਾ ਕਹਿਣ ਵਾਲਾ ਹੈ ਮੂਰਖ ਪੁਣੇ ਦੇ ਬੋਲ, ਉਹ ਤਾਂ ਮੂਰਖ ਹੈ ਹੀ, ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਉਹ ਮੂਰਖ ਹੈ ਜਿਹੜਾ ਮੂਰਖ ਦੀ ਗੱਲ ਸੁਣਦਾ। ਇਹਦਾ ਭਾਵ ਵੀ ਮੂਰਖ ਦੀ ਗੱਲ ਹੀ ਨਹੀਂ ਸੁਣਨੀ ਚਾਹੀਦੀ। ਸਤਿਗੁਰੂ ਕਹਿੰਦੇ ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਿਣਾ। ਮੂਰਖ ਉਹ ਹੈ ਜਿਹੜਾ ਸੁਣਦਾ ਹੈ ਮੂਰਖ ਦੇ ਕਹੇ ਹੋਏ। ਮੂਰਖ ਤਾਂ ਕਹੀ ਜਾਂਦਾ ਹੈ ਮੂਰਖਤਾਈ ਦੀਆਂ ਗੱਲਾਂ, ਉਹ ਤਾਂ ਮੂਰਖ ਹੈ ਹੀ, ਬੇਸਮਝ ਹੈ ਹੀ, ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਤਾਂ ਉਹ ਹੈ ਜਿਹੜਾ ਉਹਨੂੰ ਸੁਣਦਾ ਹੈ, ਜਿਹੜਾ ਉਧਰ ਧਿਆਨ ਦਿੰਦਾ ਹੈ। ਤੋ ਸਤਿਗੁਰੂ ਗਰੀਬ ਨਵਾਜ ਇੱਥੇ ਮੂਰਖ ਦੇ ਲੱਛਣ ਦੱਸ ਰਹੇ ਨੇ। ਤੇ ਮੂਰਖ ਦਾ ਸਿੱਧਾ ਪੱਧਰਾ ਅਰਥ ਹੈ ਕਿ ਬੇਸਮਝ। ਤੇ ਮਹਾਂਪੁਰਖਾਂ ਨੇ ਮੂਰਖ ਦਾ ਅਰਥ ਕੀਤਾ ਕਿ ਜਿਸ ਨੇ ਮੂੰਹ ਰੱਖ, ਆਪਣਾ ਮੂੰਹ ਹੀ ਅੱਗੇ ਰੱਖਿਆ ਹੋਇਆ, ਵੀ ਆਪਣੀ ਅਕਲ ਨੂੰ ਪਿੱਛੇ ਕੀਤਾ ਹੋਇਆ ਹੈ, ਸਮਝ ਨੂੰ ਪਿੱਛੇ ਕੀਤਾ ਹੋਇਆ। ਜਿਸ ਨੇ ਆਪਣਾ ਮੂੰਹ ਹੀ ਅੱਗੇ ਰੱਖਿਆ ਹੋਇਆ ਹੈ ਉਹ ਮੂਰਖ ਹੈ। ਖਾਣ ਵਾਸਤੇ ਵੀ ਮੂੰਹ ਹੀ ਅੱਗੇ ਰੱਖਿਆ ਹੋਇਆ ਹੈ, ਪੀਣ ਵਾਸਤੇ ਵੀ ਮੂੰਹ ਹੀ ਅੱਗੇ ਰੱਖਿਆ ਹੋਇਆ ਹੈ, ਤੇ ਬੋਲਣ ਵਾਸਤੇ ਵੀ ਮੂੰਹ ਹੀ ਅੱਗੇ ਰੱਖਿਆ ਹੋਇਆ। ਵੀ ਦਿਮਾਗ ਤੋਂ ਸੋਚ ਕੇ ਨਹੀਂ ਕੁਝ ਖਾਣਾ, ਦਿਮਾਗ ਤੋਂ ਸੋਚ ਕੇ ਨਹੀਂ ਕੁਝ ਪੀਣਾ, ਦਿਮਾਗ ਤੋਂ ਸੋਚ ਕੇ ਨਹੀਂ ਕੁਝ ਬੋਲਣਾ, ਬਸ ਮੂੰਹ ਅੱਗੇ ਰੱਖਿਆ ਹੋਇਆ ਕਿ ਜੋ ਜੀ ਕਰਦਾ ਉਹ ਬੋਲੀ ਜਾਣਾ, ਜੋ ਜੀ ਕਰਦਾ ਉਹ ਖਾਈ ਜਾਣਾ, ਜੋ ਜੀ ਕਰਦਾ ਉਹ ਪੀਤੀ ਜਾਣਾ। ਤੇ ਗਰੀਬ ਨਵਾਜ ਸਤਿਗੁਰੂ ਕਹਿੰਦੇ ਆ ਵੀ ਐਸਾ ਮੂਰਖ ਹੈ। ਫਿਰ ਕਹਿੰਦੇ ਜਿਹੜਾ ਮੂੰਹ ਰੱਖ ਕੇ ਗੱਲ ਕਰਦਾ ਉਹ ਵੀ ਮੂਰਖ ਹੈ। ਕਹਿੰਦੇ ਕੀ ਕਰੀਏ, ਮੂੰਹ ਲਿਹਾਜ਼ ਕਰਨਾ ਪੈਂਦਾ ਹੈ। ਕਹਿੰਦੇ ਮੂੰਹ ਰੱਖਣਾ ਪੈਂਦਾ ਹੈ। ਬੋਲ ਤਾਂ ਦਈਏ ਕਹਿੰਦੇ ਕਿ ਸੱਚ, ਪਰ ਕੀ ਕਰੀਏ ਮੂੰਹ ਰੱਖਣਾ ਪੈਂਦਾ ਹੈ। ਤਾਂ ਮੂੰਹ ਰੱਖ ਕੇ ਗੱਲ ਕਰਨ ਵਾਲਾ ਵੀ ਮੂਰਖ ਹੈ। ਮੂੰਹ ਲਿਹਾਜ਼ ਰੱਖਣਾ ਪੈਂਦਾ ਜੀ, ਕੀ ਕਰੀਏ। ਉਂਝ ਤਾਂ ਸੱਚ ਦਾ ਪਤਾ ਸੀ, ਸੱਚ ਬੋਲ ਦਿੰਦੇ, ਸੱਚ ਕਹਿ ਦਿੰਦੇ, ਪਰ ਕਰੀਏ ਕੀ, ਮੂੰਹ ਰੱਖਣਾ ਪੈਂਦਾ। ਤਾਂ ਕਹਿੰਦੇ ਜਿਹੜਾ ਮੂੰਹ ਰੱਖ ਕੇ ਗੱਲ ਕਰਦਾ ਹੈ ਉਹ ਵੀ ਮੂਰਖ ਹੀ ਹੈ। ਤਾਂ ਇੱਥੇ ਗਰੀਬ ਨਵਾਜ ਫਰਮਾਉਂਦੇ ਮੂਰਖ ਹੋਵੈ ਸੋ ਸੁਣੈ। ਮੂਰਖ ਉਹ ਹੁੰਦਾ ਹੈ ਜਿਹੜਾ ਸੁਣਦਾ ਹੈ ਮੂਰਖ ਦੇ ਕਹੇ ਹੋਏ। ਮੂਰਖ ਜਿਹੜਾ ਹੈ ਉਹ ਫਜ਼ੂਲ ਗੱਲਾਂ ਬਾਤਾਂ ਬੋਲਦਾ ਹੈ, ਵਿਅਰਥ ਬੋਲਦਾ ਹੈ, ਤੇ ਉਹਦੇ ਕਹੇ ਹੋਏ ਨੂੰ ਸੁਣਨ ਵਾਲਾ ਜਿਹੜਾ ਹੈ ਉਹ ਮੂਰਖ ਹੈ। ਮੂਰਖ ਕੀ ਕਿਆ ਆਪਨ ਹੈ, ਕਿਆ ਮੂਰਖ ਕਾ ਕਰਨਾ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਹੋਰ ਖੋਲ ਕੇ ਦੱਸੋ ਜੀ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਗੁਰਸਿੱਖਾਂ ਨੇ ਕਿ ਆਪ ਜੀ ਕਿਰਪਾ ਕਰਕੇ ਦੱਸੋ। ਉਹ ਸਿੱਖਾਂ ਦੀ ਬੇਨਤੀ ਨੂੰ ਇਸ ਪੰਕਤੀ ਵਿੱਚ ਮਹਾਰਾਜ ਸਾਹਿਬ ਜੀ ਨੇ ਅੰਕਿਤ ਕੀਤਾ। ਸਿੱਖ ਕਹਿਣ ਲੱਗੇ ਮੂਰਖ ਕੇ ਕਿਆ ਲੱਖਣ ਹੈ। ਮਹਾਰਾਜ ਮੂਰਖ ਦੇ ਹੋਰ ਲੱਛਣ ਕੀ ਹਨ? ਇੱਕ ਤਾਂ ਆਪ ਜੀ ਨੇ ਦੱਸ ਦਿੱਤਾ ਨਾ ਵੀ ਜੋ ਵਿਅਰਥ ਗੱਲਾਂ ਬਾਤਾਂ ਨੂੰ ਸੁਣਨ ਵਾਲਾ ਹੈ ਉਹ ਮੂਰਖ ਹੈ। ਹੋਰ ਵੀ ਲੱਛਣ ਦੱਸੋ ਕਿ ਮੂਰਖ ਪੁਣੇ ਦੇ ਲੱਛਣ ਕੀ ਹਨ, ਤੇ ਮੂਰਖ ਕਰਦਾ ਕੀ ਹੁੰਦਾ ਹੈ, ਮੂਰਖ ਦਾ ਕਰਤੱਵ ਕੀ ਹੈ। ਮੂਰਖ ਉਹ ਜਿਤ ਹੈ ਅਹੰਕਾਰੇ ਮਰਨਾ। ਤੀਜੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਮੂਰਖ ਉਹ ਹੈ ਭਾਈ ਜਿਹੜਾ ਮੁਗਧ ਹੈ। ਮੁਗਧ ਕਹਿੰਦੇ ਬੇਸਮਝ ਨੂੰ, ਜਿਹਦੇ ਪਾਸ ਸਮਝ ਨਹੀਂ ਹੈ ਉਹ ਮੂਰਖ ਹੈ, ਬੇਸਮਝ ਹੈ। ਤੇ ਮੂਰਖ ਉਹ ਹੈ ਜਿਹੜਾ ਹੰਕਾਰ ਦੇ ਵਿੱਚ ਹੀ ਮਰਦਾ ਹੈ। ਅਹੰਕਾਰੇ ਮਰਨਾ, ਅਹੰਕਾਰ ਦੇ ਵਿੱਚ ਹੀ ਮਰਦਾ।
ਸਮਝ ਤਾਂ ਹੈ ਨਹੀਂ, ਪਰ ਫਿਰ ਵੀ ਹੰਕਾਰ ਕਰਦਾ। ਪਤਾ ਤੇ ਹੈ ਨਹੀਂ ਕਿਸੇ ਗੱਲ ਦਾ। ਬਿਨਾਂ ਗੁਣਾ ਤੋਂ ਹੰਕਾਰ ਕਰਨ ਵਾਲਾ ਮਹਾਰਾਜ ਨੇ ਆਖਿਆ ਮੂਰਖ ਹੈ। ਇੱਕ ਥਾਂ ਤੇ ਗੁਰਬਾਣੀ 'ਚ ਗੁਰੂ ਸਾਹਿਬ ਨੇ ਕਹਿ ਦਿੱਤਾ ਉਹ ਗਧਾ ਹੈ, ਖੋਤਾ ਹੈ। ਨਾਨਕ ਤੇ ਨਾਰ ਅਸਲ ਖਾਰ, ਜੇ ਬਿਨ ਗੁਣ ਗਰਭ ਕਰੰਤ। ਸਤਿਗੁਰੂ ਜੀ ਨੇ ਆਖਿਆ ਅਸਲ ਖਾਰ ਹੈ, ਅਸਲ ਖਾਰ। ਖਰ ਨਾਮ ਹੈ ਖੋਤੇ ਦਾ, ਖਰ ਨਾਮ ਹੈ ਗਧੇ ਦਾ, ਤੇ ਗਧੇ ਤੋਂ ਭਾਵ ਇਹੀ ਲਿਆ ਜਾਂਦਾ ਹੈ ਮੂਰਖ, ਬੇਸਮਝ। ਨਾਨਕ ਤੇ ਨਾਰ ਅਸਲ ਖਾਰ। ਮਹਾਰਾਜ ਕਹਿੰਦੇ ਉਹ ਮਨੁੱਖ ਅਸਲ ਗਧਾ ਹੈ, ਅਸਲ ਖੋਤਾ ਹੈ, ਜਿਹਦੇ ਵਿੱਚ ਗੁਣ ਕੋਈ ਨਹੀਂ ਹੈ, ਸਮਝ ਕੋਈ ਨਹੀਂ ਹੈ, ਪਰ ਹੰਕਾਰ ਫਿਰ ਵੀ ਕਰੀ ਜਾਂਦਾ। ਬਿਨ ਗੁਣ ਗਰਭ ਕਰੰਤ। ਬਿਨਾਂ ਗੁਣਾ ਤੋਂ ਜਿਹੜਾ ਗਰਭ ਹੰਕਾਰ ਕਰਦਾ ਤੇ ਹੰਕਾਰ ਵਿੱਚ ਹੀ ਮਰਦਾ ਰਹਿੰਦਾ ਹੈ। ਸਤਿਗੁਰੂ ਗਰੀਬ ਨਵਾਜ ਇੱਥੇ ਕਹਿੰਦੇ ਵੀ ਮੂਰਖ ਦੇ ਗੁਰ ਸਿੱਖੋ ਇਹ ਲੱਛਣ ਆ ਵੀ ਮੂਰਖ ਉਹ ਹੁੰਦਾ ਜਿਹੜਾ ਬੇਸਮਝ ਹੋਵੇ, ਜਿਹਨੂੰ ਸਮਝ ਕੋਈ ਨਾ ਹੋਵੇ, ਨਾ ਬੋਲਣ ਦੀ, ਨਾ ਸੁਣਨ ਦੀ, ਨਾ ਖਾਣ ਪੀਣ ਦੀ, ਕਿਸੇ ਗੱਲ ਦੀ ਸਮਝ ਨਹੀਂ, ਉਹ ਮੂਰਖ ਹੈ। ਬੇਸਮਝ ਜਿਹੜਾ ਹੈ ਮੁਗਧ ਹੈ। ਤੇ ਫਿਰ ਵੀ ਮੁਗਧ ਹੁੰਦੇ ਆ, ਬੇਸਮਝ ਹੁੰਦੇ ਆ, ਫਿਰ ਵੀ ਹੰਕਾਰ ਦੇ ਵਿੱਚ ਹੀ ਮਰਦਾ ਰਹਿੰਦਾ। ਅਸਲ ਵਿੱਚ ਉਹ ਮੂਰਖ ਹੈ। ਗੁਰਬਾਣੀ ਦੇ ਅੰਦਰ ਗਰੀਬ ਨਵਾਜ ਸਾਹਿਬ ਜੀ ਨੇ ਇੱਕ ਥਾਂ ਤੇ ਵੀ ਆਖਿਆ ਕਿ ਸਭ ਤੋਂ ਵੱਡਾ ਮੂਰਖ ਪਤਾ ਕੌਣ ਹੈ? ਸਤਿਗੁਰੂ ਕਹਿੰਦੇ ਜਿਹੜਾ ਨਾਮ ਨਹੀਂ ਮੰਨਦਾ। ਬਾਕੀ ਸਾਰੀਆਂ ਗੱਲਾਂ ਦਾ ਜਿਸ ਨੂੰ ਪਤਾ ਹੈ, ਪਰ ਜੋ ਨਾਮ ਨਹੀਂ ਮੰਨਦਾ ਹੈ, ਜੋ ਨਾਮ ਨਹੀਂ ਜਪਦਾ ਹੈ, ਉਹ ਮੂਰਖਾਂ ਦਾ ਸਰਦਾਰ ਹੈ। ਉਹ ਮੂਰਖਾਂ ਤੋਂ ਵੱਡਾ ਮੂਰਖ ਹੈ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਗੁਰਬਾਣੀ ਦਾ ਬਚਨ ਹੈ। ਇੱਥੇ ਗਰੀਬ ਨਵਾਜ ਕਹਿੰਦੇ ਵੀ ਮੂਰਖ ਉਹ ਹੈ ਜਿਹੜਾ ਬੇਸਮਝ ਹੈ, ਮੁਗਧ ਹੈ, ਤੇ ਹੰਕਾਰ ਦੇ ਵਿੱਚ ਹੀ ਮਰੀ ਜਾਂਦਾ ਹੈ, ਹੰਕਾਰ ਕਰੀ ਜਾਂਦਾ ਹੈ। ਅਸੰਖ ਮੂਰਖ ਅੰਧ ਘੋਰ। ਮੂਰਖ ਦਾ ਜ਼ਿਕਰ ਕਰਦਿਆਂ ਜਪਜੀ ਸਾਹਿਬ ਦੀ ਬਾਣੀ 'ਚ ਵੀ ਮਹਾਰਾਜ ਨੇ ਆਖਿਆ ਵੀ ਅਣਗਿਣਤ ਐਸੇ ਮੂਰਖ ਵਾ। ਇੱਕ ਮੂਰਖ ਆ, ਇੱਕ ਉਹਨਾਂ ਤੋਂ ਅਗਲੇ ਮੂਰਖ ਹੁੰਦੇ, ਉਹ ਅੰਧ ਮੂਰਖ ਹੁੰਦੇ ਆ, ਇੱਕ ਉਹਦੇ ਤੋਂ ਵੀ ਵੱਡਾ ਮੂਰਖ ਹੁੰਦਾ। ਮਹਾਰਾਜ ਕਹਿੰਦੇ ਉਹ ਘੋਰ ਮੂਰਖ ਹੁੰਦਾ। ਇਹ ਤਿੰਨ ਪਦਵੀਆਂ ਮੂਰਖ ਦੀਆਂ ਹਨ: ਮੂਰਖ, ਅੰਧ ਮੂਰਖ ਤੇ ਘੋਰ ਮੂਰਖ। ਇਹਦੀ ਵਿਆਖਿਆ ਕਰਦਿਆਂ ਮਹਾਂਪੁਰਖਾਂ ਨੇ ਇੱਕ ਸਾਖੀ ਬਿਆਨ ਕੀਤੀ ਕਿ ਇੱਕ ਪਰਿਵਾਰ ਦੇ ਵਿੱਚ ਤਿੰਨੇ ਹੀ ਇਹ ਮੂਰਖ ਸਨ। ਕਹਿੰਦੇ ਵੀ ਨਗਰ ਦੇ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਤੇ ਪਿਤਾ ਨੇ ਆਪਣੇ ਵੱਡੇ ਪੁੱਤਰ ਨੂੰ ਆਖਿਆ ਵੀ ਜਾ ਉਸ ਪਰਿਵਾਰ ਦਾ ਕੋਈ ਆਦਮੀ ਜਿਹੜਾ ਹੈ ਉਹ ਪਰਲੋਕ ਗਮਨ ਕਰ ਗਿਆ ਹੈ, ਤੂੰ ਉਧਰ ਜਾ ਕੇ ਪਰਚਾਉਣੀ ਕਰਿਆ, ਅਫਸੋਸ ਕਰਿਆ। ਜੋ ਆਪਣੇ ਸਮਾਜ ਦਾ ਰੀਤੀ ਰਿਵਾਜ ਹੈ ਵੀ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਨਗਰ ਦੇ ਵਿੱਚ ਜਿੱਥੇ ਆਪਾਂ ਰਹਿੰਦੇ ਹਾਂ, ਤੇ ਫਿਰ ਉਧਰ ਜਾਈਦਾ ਹੈ। ਘਰ ਤਾਂ ਕੁਝ ਨਹੀਂ ਲੈਣਾ ਹੁੰਦਾ, ਤੇ ਬੈਠ ਕੇ ਗੱਲਬਾਤ ਹੀ, ਅਫਸੋਸ ਹੀ ਕਰਨਾ ਹੁੰਦਾ ਕਿ ਪਰਮੇਸ਼ਰ ਵਾਹਿਗੁਰੂ ਜੀ ਦਾ ਭਾਣਾ ਹੈ। ਜੋ ਗੁਰਮੁਖ ਹੈ ਉਹ ਆਪਣੇ ਤਰੀਕੇ ਦੇ ਨਾਲ ਉੱਥੇ ਜਾ ਕਰਕੇ ਅਫਸੋਸ ਕਰਦਾ ਹੈ, ਪਰਚਾਉਣੀ ਕਰਦਾ ਹੈ। ਗੁਰਮੁਖ ਹੋਵੇਗਾ ਤੇ ਉਹ ਕਹਿੰਦਾ ਵਾਹਿਗੁਰੂ ਦਾ ਭਾਣਾ ਭਾਈ, ਆਪਣਾ ਜ਼ੋਰ ਕੋਈ ਨਹੀਂ ਚੱਲ ਸਕਦਾ। ਇਹ ਜੰਮਣਾ ਮਰਨਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੇ ਕੋਈ ਸੰਸਾਰੀ ਜਾਵੇਗਾ ਉਹ ਆਪਣੇ ਤਰੀਕੇ ਦੇ ਨਾਲ ਗੱਲਬਾਤ ਕਰਦਾ। ਹੁਣ ਉਹ ਪਿਤਾ ਨੇ ਆਪਣੇ ਵੱਡੇ ਪੁੱਤਰ ਨੂੰ ਭੇਜਿਆ ਕਿ ਜਾ ਉਹਨਾਂ ਦਾ ਉਹ ਪ੍ਰਾਣੀ ਚੜ੍ਹਾਈ ਕਰ ਗਿਆ, ਤੂੰ ਪਰਚਾਉਣੀ ਕਰਕੇ ਆ। ਤਾਂ ਉਹ ਗਿਆ ਤੇ ਉੱਥੇ ਬਹਿ ਕੇ ਕੁਝ ਸਮਾਂ ਤੇ ਚੁੱਪ ਕਰਕੇ ਆ ਗਿਆ, ਗੱਲਬਾਤ ਨਾ ਕੋਈ ਕੀਤੀ। ਪਿਤਾ ਨੇ ਪੁੱਛਿਆ ਵੀ ਕੀ ਕਰਕੇ ਆਇਆ? ਉਹ ਕਹਿਣ ਲੱਗਾ ਵੀ ਮੈਂ ਤਾਂ ਕੋਈ ਗੱਲ ਨਹੀਂ ਕਰਕੇ ਆਇਆ, ਬਸ ਬਹਿ ਕੇ ਆ ਗਿਆ। ਬਾਕੀ ਵੀ ਸਾਰੇ ਤੱਪੜਾਂ ਤੇ ਬੈਠੇ ਹੋਏ ਸੀ, ਉਹ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ, ਮੈਂ ਉੱਥੇ ਬਹਿ ਕੇ ਆ ਗਿਆ। ਕਹਿਣ ਲੱਗਾ ਤੂੰ ਤੇ ਮੂਰਖ ਹੈ, ਤੈਨੂੰ ਕੋਈ ਗੱਲ ਨਹੀਂ ਕਰਨੀ ਆਈ ਉੱਥੇ, ਤੂੰ ਕੋਈ ਗੱਲ ਕਰਕੇ ਆਉਂਦਾ। ਦੂਜੇ ਛੋਟੇ ਪੁੱਤਰ ਨੂੰ ਆਖਿਆ ਵੀ ਜਾ ਹੁਣ ਤੂੰ ਜਾ, ਇਹਦੇ ਤੋਂ ਨਹੀਂ ਕੋਈ ਗੱਲ ਹੋਈ, ਤੂੰ ਜਾ ਕੇ ਪਰਚਾਉਣੀ ਕਰਕੇ ਆ।
ਉਹਨੇ ਆਖਿਆ ਪਿਤਾ ਜੀ ਮੈਂ ਕੀ ਉੱਥੇ ਕਰਾਂ? ਕਹਿੰਦੇ ਜਿਵੇਂ ਬਾਕੀ ਲੋਕ ਜੋ ਕਰਨਗੇ ਉਹ ਤੂੰ ਕਰ ਆਵੀਂ, ਜੋ ਗੱਲਾਂ ਦੂਜੇ ਕਰਦੇ ਹੋਏ ਉਹ ਤੂੰ ਕਰ ਆਵੀਂ। ਤਾਂ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਨੇ ਸਾਖੀ ਲਿਖੀ ਹੈ। ਉਹ ਦੂਜਾ ਪੁੱਤਰ ਗਿਆ ਤੇ ਉਹ ਰਸਤੇ ਵਿੱਚ ਜਿਹੜਾ ਪ੍ਰਾਣੀ ਚੜ੍ਹਾਈ ਕੀਤਾ ਸੀ ਉਹਦੇ ਦੁਸ਼ਮਣ ਮਿਲ ਗਏ ਉਹਨੂੰ। ਉਹ ਕਹਿ ਰਹੇ ਸੀ ਬੜਾ ਚੰਗਾ ਹੋਇਆ, ਮਰ ਗਿਆ ਮਗਰੋਂ ਲੈ ਗਿਆ, ਬੜਾ ਚੰਗਾ ਹੋਇਆ, ਮਰ ਗਿਆ ਮਗਰੋਂ ਲੱਥਾ। ਉਹਨੇ ਉਹ ਗੱਲ ਸੁਣ ਲਈ ਤੇ ਉੱਥੇ ਜਾ ਕੇ ਉਹਨਾਂ ਦੇ ਘਰੇ ਬਹਿ ਕੇ ਤੇ ਘਰ ਦੇ ਜੀਆਂ ਨੂੰ ਕਹਿਣ ਲੱਗਾ ਵੀ ਬੜਾ ਚੰਗਾ ਹੋਇਆ, ਮਰ ਗਿਆ ਮਗਰੋਂ ਲੱਥ ਗਿਆ, ਇਹਨੇ ਪੁਆੜਾ ਪਾਇਆ ਹੋਇਆ ਸੀ। ਉਹਨਾਂ ਨੇ ਫੜ ਕੇ ਕੁੱਟਿਆ ਕਿ ਸਾਡਾ ਤੇ ਇਸ ਸੰਬੰਧੀ ਚੜ੍ਹਾਈ ਕਰ ਗਿਆ ਤੇ ਤੂੰ ਚੰਗੀ ਇਹ ਪਰਚਾਉਣੀ ਕਰਨ ਵਾਸਤੇ ਆਇਆ, ਤੈਨੂੰ ਬੋਲਣ ਦਾ ਹੀ ਢੰਗ ਤਰੀਕਾ ਨਹੀਂ। ਤੇ ਕੁੱਟ ਖਾ ਕੇ ਵਾਪਸ ਘਰੇ ਆਇਆ। ਪਿਤਾ ਨੇ ਆਖਿਆ ਵੀ ਪੁੱਤਰ ਕਰ ਆਇਆ ਪਰਚਾਉਣੀ? ਉਹਨੇ ਕਿਹਾ ਜੀ ਗਿਆ ਸਾਂ, ਪਰ ਮੈਨੂੰ ਤਾਂ ਉਹਨਾਂ ਨੇ ਕੁੱਟਿਆ। ਕਹਿਣ ਲੱਗਾ ਤੂੰ ਕੀ ਬੋਲਿਆ ਸੀ? ਉਹਨੇ ਕਿਹਾ ਇਸ ਤਰ੍ਹਾਂ ਲੋਕ, ਤੁਸੀਂ ਆਖਿਆ ਸੀ ਜੋ ਲੋਕ ਕਹਿਣਗੇ ਉਹ ਤੂੰ ਕਹਿ ਦੇਵੀਂ। ਲੋਕ ਕਹਿ ਰਹੇ ਸੀ ਵੀ ਚੰਗਾ ਹੋਇਆ ਮਰ ਗਿਆ ਮਗਰੋਂ ਲੱਥਾ, ਮੈਂ ਰਾਹ 'ਚ ਇਸ ਤਰ੍ਹਾਂ ਸੁਣਿਆ ਲੋਕਾਂ ਤੋਂ, ਮੈਂ ਵੀ ਇਹ ਜਾ ਕੇ ਕਹਿ ਦਿੱਤਾ। ਕਹਿਣ ਲੱਗਾ ਤੂੰ ਤੇ ਇਹਦੇ ਨਾਲੋਂ ਵੀ ਵੱਡਾ, ਪਹਿਲੇ ਨਾਲੋਂ ਵੀ ਵੱਡਾ ਮੂਰਖ ਨਿਕਲਿਆ। ਹੁਣ ਮੈਂ ਆਪ ਜਾ ਕੇ ਆਉਣਾ, ਤੁਹਾਨੂੰ ਦੋਵਾਂ ਨੂੰ ਗੱਲ ਕਰਨੀ ਨਹੀਂ ਆਈ। ਪਿਤਾ ਆਪ ਗਿਆ, ਜਾ ਕੇ ਉਹਨਾਂ ਦੇ ਘਰੇ ਬੈਠਾ, ਬਹਿ ਕੇ ਕਹਿਣ ਲੱਗਾ ਪਹਿਲਾਂ ਮੈਂ ਆਪਣੇ ਵੱਡੇ ਪੁੱਤਰ ਨੂੰ ਭੇਜਿਆ ਸੀ ਪਰਚਾਉਣੀ ਕਰਨ ਵਾਸਤੇ, ਉਹ ਚੁੱਪ ਕਰਕੇ ਚਲੇ ਗਿਆ। ਫਿਰ ਦੂਜੇ ਨੂੰ ਭੇਜਿਆ, ਉਹ ਉਲਟੀ ਗੱਲ ਕਰਕੇ ਚਲੇ ਗਿਆ। ਅੱਗੇ ਵਾਸਤੇ ਤੁਹਾਡੇ ਘਰ ਦਾ ਕੋਈ ਜੀ ਮਰੇਗਾ ਤੇ ਮੈਂ ਆਪ ਆਇਆ ਕਰਾਂਗਾ, ਆਪਦੇ ਪੁੱਤਰਾਂ ਨੂੰ ਨਹੀਂ ਭੇਜਿਆ ਕਰਾਂਗਾ। ਉਹ ਕਹਿੰਦੇ ਤੂੰ ਉਹਨਾਂ ਦਾ ਵੀ ਸਿਰਾ ਨਿਕਲਿਆ, ਤੂੰ ਉਹਨਾਂ ਤੋਂ ਵੀ ਵੱਡਾ, ਤੁਸੀਂ ਸਾਡੇ ਪਰਿਵਾਰ ਦੀ ਸੁੱਖ ਨਹੀਂ ਮੰਗਦੇ। ਤੂੰ ਕਹਿੰਦਾ ਵਾ ਵੀ ਅੱਗੇ ਵਾਸਤੇ ਤੁਹਾਡਾ ਕੋਈ ਮਰੇਗਾ ਤੇ ਉਹਨਾਂ ਨੂੰ ਨਹੀਂ, ਮੈਂ ਆਪਣੇ ਪੁੱਤਰਾਂ ਨੂੰ ਨਹੀਂ ਭੇਜਾਂਗਾ, ਮੈਂ ਆਪ ਆਵਾਂਗਾ। ਕਹਿੰਦੇ ਤੂੰ ਮਰ, ਹਾਂ ਹੀ ਕਿਉਂ ਮਰ ਗਏ? ਸਾਡੇ ਘਰ ਦਾ ਜੀ ਹੋਰ ਕਿਉਂ ਮਰੇ? ਤੂੰ ਜਾ ਕੇ ਮਰ। ਕਹਿੰਦੇ ਸਾਰਾ ਟੱਬਰ ਹੀ ਮੂਰਖਾਂ ਦਾ, ਕਿਸੇ ਨੂੰ ਵੀ ਗੱਲ ਕਰਨੀ ਨਹੀਂ ਆਉਂਦੀ। ਉੱਥੇ ਮਹਾਂਪੁਰਖਾਂ ਨੇ ਲਿਖਿਆ ਵੀ ਜਿਹੜਾ ਪਹਿਲਾ ਸੀ ਉਹ ਮੂਰਖ ਸੀ, ਜਿਹੜਾ ਦੂਜਾ ਸੀ ਉਹ ਅੰਧ ਮੂਰਖ ਸੀ, ਜਿਹੜਾ ਤੀਜਾ ਸੀ ਉਹ ਘੋਰ ਮੂਰਖ ਸੀ। ਵੀ ਬੋਲਣ ਤੋਂ ਵੀ ਮੂਰਖਤਾਈ ਦਾ ਪਤਾ ਲੱਗ ਜਾਂਦਾ, ਬੋਲਣ ਤੋਂ। ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਕਹਿ ਰਹੇ ਆ ਵੀ ਮੂਰਖ ਦੇ ਲੱਛਣ ਇਹ ਆ ਵੀ ਮੂਰਖ ਉਹ ਜੇ ਮੁਗਧ ਹੈ, ਜਿਹੜਾ ਮੁਗਧ ਹੈ, ਬੇਸਮਝ ਹੈ, ਤੇ ਬੇਸਮਝੀ ਦੇ ਹੁੰਦਿਆਂ ਵੀ ਫਿਰ ਵੀ ਹੰਕਾਰ ਕਰਦਾ ਵੀ ਮੇਰੇ ਵਰਗਾ ਤੇ ਕੋਈ ਹੈ ਨਹੀਂ। ਹੰਕਾਰ ਵਿੱਚ ਹੀ ਮਰਦਾ ਰਹਿੰਦਾ ਹੈ, ਹੰਕਾਰ ਹੀ ਕਰੀ ਜਾਂਦਾ ਹੈ, ਦੂਸਰਿਆਂ ਨੂੰ ਛੋਟਾ ਹੀ ਸਮਝਦਾ ਹੈ, ਆਪਣੇ ਆਪ ਨੂੰ ਵੱਡਾ ਸਮਝਦਾ ਹੈ। ਏਕ ਮਾਣੈ ਸਦਾ ਦੁਖ। ਇਸ ਮੂਰਖਤਾਈ ਦੇ ਵਿੱਚ ਜੋ ਕੁਝ ਉਹ ਕਮਾਉਂਦਾ ਹੈ ਨਾ, ਮੂਰਖ ਬੇਸਮਝ ਜੋ ਕੁਝ ਕਰਦਾ ਹੈ, ਇਹ ਸਭ ਕੁਝ ਕਮਾਉਣੇ ਕਰਕੇ ਹੰਕਾਰ ਦੇ ਵਿੱਚ ਉਹਨੂੰ ਸਦਾ ਦੁੱਖ ਹੀ ਹੁੰਦਾ ਹੈ। ਦੁਖ ਹੀ ਮਹਿ ਰਹਿਣਾ। ਤੇ ਮੂਰਖ ਬੇਸਮਝੀ ਕਰਕੇ ਸਦਾ ਦੁੱਖ ਦੇ ਵਿੱਚ ਹੀ ਰਹਿੰਦਾ, ਸਦਾ ਦੁੱਖ ਦੇ ਵਿੱਚ ਹੀ ਉਹਨੂੰ ਰਹਿਣਾ ਪੈਂਦਾ ਹੈ। ਅਤਿ ਪਿਆਰਾ ਪਵੈ ਕੂਹੇ। ਸਿੱਖਾਂ ਨੇ ਆਖਿਆ ਮਹਾਰਾਜ ਜੋ ਕੋਈ ਆਪਣਾ ਅਤ ਦਾ ਪਿਆਰਾ ਹੋਵੇ, ਕੋਈ ਸੰਬੰਧੀ ਹੋਵੇ, ਕੋਈ ਸੱਜਣ, ਕੋਈ ਮਿੱਤਰ ਹੋਵੇ, ਤੇ ਮਹਾਰਾਜ ਜੇ ਉਹ ਬੇਸਮਝ ਇਸ ਤਰ੍ਹਾਂ ਦਾ ਮੂਰਖ ਹੋ ਜਾਵੇ ਤੇ ਉਹਨੂੰ ਸਿਆਣਾ ਨਹੀਂ ਕੀਤਾ ਜਾ ਸਕਦਾ। ਉਹਨੂੰ ਸਮਝਾ ਕੇ ਸਿਆਣਾ ਕਰ ਲਿਆ ਜਾਵੇ, ਉਹਨੂੰ ਚੰਗੀ ਸਿੱਖਿਆ ਦਿੱਤੀ ਜਾਵੇ, ਉਹਦਾ ਮੂਰਖਪੁਣਾ ਦੂਰ ਕੀਤਾ ਜਾਵੇ। ਅਤ ਪਿਆਰਾ ਪਵੈ ਖੂਹੇ। ਜਿਹੜਾ ਅਤ ਦਾ ਪਿਆਰਾ ਹੈ, ਜਿਹਦੇ ਨਾਲ ਬਹੁਤਾ ਪਿਆਰ ਅਸੀਂ ਕਰਦੇ ਹਾਂ, ਉਹ ਸਾਡੇ ਨਾਲ ਕਰਦਾ ਹੈ, ਤੇ ਉਹ ਖੂਹ ਵਿੱਚ ਡਿੱਗ ਰਿਹਾ ਹੋਵੇ ਤੇ ਮਹਾਰਾਜ ਉਹਨੂੰ ਡਿੱਗਦੇ ਨੂੰ ਉਹਦੀ ਬਾਂਹ ਫੜ ਕੇ ਖੂਹ ਚੋਂ ਕੱਢਣਾ ਨਹੀਂ ਚਾਹੀਦਾ, ਉਹਨੂੰ ਬਚਾਉਣਾ ਨਹੀਂ ਚਾਹੀਦਾ। ਆਪ ਕਿਰਪਾ ਕਰਕੇ ਦੱਸੋ, ਜੇ ਕੋਈ ਮੂਰਖਤਾਈ ਦੇ ਖੂਹ ਦੇ ਵਿੱਚ, ਬੇਸਮਝੀ ਦੇ ਖੂਹ ਦੇ ਵਿੱਚ ਡਿੱਗ ਰਿਹਾ ਹੋਵੇ ਅਤ ਦਾ ਪਿਆਰਾ, ਤੇ ਫਿਰ ਮਹਾਰਾਜ ਸਾਹਿਬ ਜੀ ਉਸ ਨੂੰ ਬਚਾਉਣ ਦੇ ਵਾਸਤੇ ਕੀ ਯਤਨ ਕਰਨਾ ਚਾਹੀਦਾ ਹੈ? ਇਹੋ ਸੰਜਮ ਕਰਨਾ। ਆਪ ਕਿਰਪਾ ਕਰਕੇ ਦੱਸੋ ਮਹਾਰਾਜ ਕਿਹੜਾ ਸੰਜਮ ਕਰਨਾ ਚਾਹੀਦਾ ਹੈ, ਕਿਹੜਾ ਢੰਗ ਤਰੀਕਾ ਮਹਾਰਾਜ ਵਰਤਣਾ ਚਾਹੀਦਾ ਹੈ ਵੀ ਆਪਣਾ ਜਿਹੜਾ ਅਤ ਦਾ ਪਿਆਰਾ ਹੈ ਉਹ ਖੂਹ ਵਿੱਚ ਡਿੱਗਦਾ ਹੋਇਆ ਖੂਹ ਚੋਂ ਨਿਕਲ ਜਾਵੇ।
ਖੂਹ ਵਿੱਚੋਂ ਬਚ ਜਾਵੇ। ਮੂਰਖਤਾਈ ਦੇ ਖੂਹ ਵਿੱਚ ਡਿੱਗਦਾ ਹੋਇਆ ਮਹਾਰਾਜ ਉਹ ਬਾਹਰ ਨਿਕਲ ਆਵੇ, ਸਿਆਣਾ ਹੋ ਜਾਵੇ। ਗੁਰਮੁਖ ਹੋਏ ਸੋ ਕਰੇ ਵਿਚਾਰ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਭਾਈ ਗੁਰਸਿੱਖੋ, ਜਿਹੜਾ ਗੁਰਮੁਖ ਹੈ ਨਾ, ਤੇ ਗੁਰਮੁਖ ਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ। ਜਿਹੜਾ ਉਹਦਾ ਕੋਈ ਅੱਤ ਦਾ ਪਿਆਰਾ ਬੇਸਮਝੀ ਕਰਦਾ ਹੈ, ਮੂਰਖਤਾਈ ਕਰਦਾ ਹੈ, ਹੰਕਾਰ ਕਰਦਾ ਹੈ, ਤੇ ਉਸ ਨੂੰ ਜੇ ਬਚਾਉਣ ਦਾ ਯਤਨ ਕਰਨਾ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ। ਵਿਚਾਰ ਕਰਕੇ ਉਸ ਨੂੰ ਉਪਦੇਸ਼ ਦੇ ਦੇਣਾ ਚਾਹੀਦਾ, ਸਿੱਖਿਆ ਦੇ ਦੇਣੀ ਚਾਹੀਦੀ ਵੀ ਆਹ ਤੇਰੇ ਵਿੱਚ ਮੂਰਖ ਪੁਣੇ ਵਾਲੇ ਔਗਣ ਵਾ, ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦਾ ਧਾਰਨੀ ਹੋ ਕੇ ਤੂੰ ਇਹ ਮੂਰਖ ਪੁਣੇ ਵਾਲੇ ਔਗਣ ਦੂਰ ਕਰ ਲਾ ਆਪਣੇ ਭਾਈ। ਇਹ ਮੂਰਖਪੁਣਾ ਕਰਦਾ ਤੂੰ, ਤੇ ਇਹ ਮੂਰਖਪੁਣਾ ਆਪਣਾ ਦੂਰ ਕਰ। ਮਹਾਰਾਜ ਕਹਿੰਦੇ ਗੁਰਮੁਖ ਗੁਰੂ ਕੇ ਉਪਦੇਸ਼ ਨੂੰ ਧਾਰਨ ਕਰਨ ਵਾਲਾ ਜਿਹੜਾ ਹੈ ਉਸ ਨੂੰ ਵਿਚਾਰ ਕਰ ਲੈਣੀ ਚਾਹੀਦੀ ਆ। ਵਿਚਾਰ ਕੇ ਉਪਦੇਸ਼ ਦੇ ਦੇਣਾ ਚਾਹੀਦਾ ਹੈ। ਜੇ ਉਹ ਅੱਤ ਦਾ ਪਿਆਰਾ ਮੰਨ ਲਵੇ ਤਾਂ ਉਹਦਾ ਭਲਾ ਹੈ। ਉਸ ਅਲਿਪਤੋ ਰਹਿਣਾ। ਤੇ ਜੇ ਨਾ ਮੰਨੇ ਤੇ ਹੱਠ ਦੇ ਨਾਲ ਸਮਝਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ, ਉਹਦੇ ਕਰਮਾਂ ਤੇ ਛੱਡ ਦੇਣਾ ਚਾਹੀਦਾ। ਇਹ ਨਹੀਂ ਵੀ ਖੂਹ ਵਿੱਚ ਡਿੱਗਦੇ ਦੀ ਬਾਂਹ ਫੜ ਕੇ ਕੱਢਣ ਦਾ ਯਤਨ ਕਰੋ ਤੇ ਉਹ ਆਪ ਨੂੰ ਖਿੱਚ ਕੇ ਵੀ ਵਿੱਚ ਸੁੱਟ ਲਵੇ। ਕੱਢਣ ਦਾ ਯਤਨ ਕਰਨਾ ਚਾਹੀਦਾ ਅੱਤ ਦੇ ਪਿਆਰੇ ਨੂੰ ਖੂਹ ਵਿੱਚੋਂ, ਪਰ ਐਸਾ ਨਾ ਹੋਵੇ ਵੀ ਉਹ ਖੂਹ ਵਿੱਚੋਂ ਕੱਢਦਿਆਂ ਉਹ ਤੁਹਾਨੂੰ ਵੀ ਵਿੱਚੇ ਖੂਹ ਦੇ ਸੁੱਟ ਲਵੇ। ਸਤਿਗੁਰੂ ਕਹਿੰਦੇ ਉਪਦੇਸ਼ ਦੇਣਾ ਚਾਹੀਦਾ ਹੈ ਭਾਈ, ਯਤਨ ਕਰਨਾ ਚਾਹੀਦਾ ਮੂਰਖ ਪੁਣੇ ਦੇ ਖੂਹ ਚੋਂ ਕੱਢਣ ਵਾਸਤੇ। ਪਰ ਜੇ ਕੋਈ ਨਾ ਮੰਨੇ ਤੇ ਫਿਰ ਹੱਠ ਨਹੀਂ ਕਰਨਾ ਚਾਹੀਦਾ, ਫਿਰ ਦੁੱਖ ਨਹੀਂ ਮਨਾਉਣਾ ਚਾਹੀਦਾ। ਫਿਰ ਗੁਰਮੁਖ ਨੂੰ ਵਿਚਾਰ ਕਰਕੇ ਉਪਦੇਸ਼ ਤਾਂ ਦੇ ਦੇਣਾ ਚਾਹੀਦਾ, ਪਰ ਨਿਰਲੇਪ ਰਹਿਣਾ ਚਾਹੀਦਾ, ਉਸ ਅਲਿਪਤੋ ਰਹਿਣਾ। ਉਹ ਗੁਰਮੁਖ ਨੇ ਅਲੇਪ ਰਹਿਣਾ ਹੈ, ਨਿਰਲੇਪ ਰਹਿਣਾ ਹੈ। ਉਪਦੇਸ਼ ਦੇ ਕਰਕੇ ਉਹਨੇ ਕਿਨਾਰੇ ਹੋ ਜਾਣਾ ਹੈ ਵੀ ਇਹਦੇ ਭਾਗਾਂ ਵਿੱਚ ਨਹੀਂ ਹੈ ਗੁਰੂ ਦਾ ਉਪਦੇਸ਼ ਲੈਣਾ, ਚੰਗਿਆਈ ਇਹਦੇ ਕਰਮਾਂ ਵਿੱਚ ਨਹੀਂ ਹੈ ਵੀ ਮੇਰਾ ਤੇ ਫਰਜ਼ ਹੈ ਅਸੀਂ ਇਹਨੂੰ ਦੱਸਣਾ ਗੁਰੂ ਦਾ ਉਪਦੇਸ਼, ਮਹਾਰਾਜ ਸਾਹਿਬ ਜੀ ਦੀ ਸਿੱਖਿਆ ਦੱਸਣੀ। ਹੁਣ ਇਹਦੇ ਭਾਗਾਂ ਵਿੱਚ ਨਹੀਂ, ਇਹ ਨਹੀਂ ਮੰਨਦਾ ਹੈ ਤੇ ਹੁਣ ਮੈਂ ਜਿੱਦ ਥੋੜਾ ਕਰਨੀ, ਹੱਠ ਥੋੜਾ ਕਰਨਾ ਹੈ ਵੀ ਇਹ ਮੇਰਾ ਕਿਹਾ ਹੋਇਆ ਜ਼ਰੂਰ ਹੀ ਮੰਨੇ। ਕਈ ਵਾਰੀ ਐਸਾ ਹੋ ਜਾਂਦਾ ਹੈ ਨਾ, ਮਹਾਰਾਜ ਕਹਿੰਦੇ ਨਹੀਂ ਭਾਈ ਹੱਠ ਨਹੀਂ ਕਰਨਾ ਚਾਹੀਦਾ ਆਪਣੀ ਗੱਲ ਮਨਾਉਣ ਵਾਸਤੇ। ਗੁਰੂ ਦਾ ਉਪਦੇਸ਼ ਹੈ, ਗੁਰਮੁਖ ਦਾ ਇਹ ਧਰਮ ਹੈ ਕਿ ਉਪਦੇਸ਼ ਗੁਰੂ ਸਾਹਿਬ ਜੀ ਦਾ ਦੱਸੇ, ਉਪਦੇਸ਼ ਸੁਣਾਵੇ। ਜਿਹੜਾ ਨਹੀਂ ਮੰਨਦਾ ਉਹਦੇ ਕਰਮਾਂ ਤੇ ਛੱਡ ਦਵੇ ਵੀ ਇਹਦੇ ਕਰਮ ਹੀ ਸਾਥ ਨਹੀਂ ਦਿੰਦੇ, ਹਲੇ ਇਹਦੇ ਭਾਗ ਹੀ ਸਾਥ ਨਹੀਂ ਦਿੰਦੇ। ਜਿੱਦਣ ਇਹਦੇ ਕਰਮ ਸਾਥ ਦੇਣਗੇ ਉਦਣ ਇਹਨੇ ਗੁਰੂ ਦੀ ਗੱਲ ਮੰਨਣੀ ਹੈ, ਨਹੀਂ ਤੇ ਮੈਂ ਜਿੰਨਾ ਮਰਜ਼ੀ ਆਖੀ ਜਾਵਾਂ ਇਹ ਮੰਨਣ ਵਾਲਾ ਨਹੀਂ। ਜਦੋਂ ਭਾਗ ਸਾਥ ਦਿੰਦੇ ਉਦੋਂ ਹੀ ਕੋਈ ਮੰਨਦਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਆਖਿਆ ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਦੀ ਗੱਲ ਬਹੁਤ ਕੀਤੀ ਗੁਰਬਾਣੀ ਦੇ ਅੰਦਰ। ਚੌਥੇ ਪਾਤਸ਼ਾਹ ਰੋਜ਼ ਕੀਰਤਨ ਦੇ ਰਾਹੀਂ ਸਰਵਣ ਕਰਾਉਂਦੇ ਆ। ਜਿਨ ਧੁਰ ਮਸਤਕ ਲਿਖਿਆ, ਧੁਰ ਤੋਂ ਜਿਨ੍ਹਾਂ ਦੇ ਮੱਥੇ ਤੇ ਲਿਖਿਆ ਹੋਇਆ ਭਾਗ ਕਰਮ, ਜਿਨ ਧੁਰ ਮਸਤਕ ਲਿਖਿਆ ਤਿਨਾ ਸਤਿਗੁਰ ਮਿਲਿਆ RAM ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਹਰ ਲੱਦਾ ਰਤਨ ਪਦਾਰਥੋ, ਫਿਰ ਬਹੁੜ ਨਾ ਚੱਲਿਆ। ਜਨ ਨਾਨਕ ਨਾਮ ਆਰਾਧਿਆ, ਆਰਾਧ ਹਰ ਮਿਲਿਆ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਵਾਂ ਦੀ ਕਲਿਆਣ ਕਰਦੇ ਹੋਏ, ਦਰਸ਼ਨ ਦਿੰਦੇ ਹੋਏ, ਉਪਦੇਸ਼ ਦਿੰਦੇ ਹੋਏ ਵੱਖ-ਵੱਖ ਥਾਵਾਂ ਤੇ ਵਿਚਰ ਰਹੇ ਕੇ ਇਲਾਕੇ ਵਿੱਚ ਗਏ। ਉਥੋਂ ਦੇ ਜਗਿਆਸੂਆਂ ਨੇ, ਪ੍ਰੇਮੀਆਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ ਕਿ ਸਤਿਗੁਰੂ ਜੀ ਗੁਰਮੁਖ ਦੇ ਲੱਛਣ ਕੀ ਹਨ ਤੇ ਮਨਮੁਖ ਦੇ ਲੱਛਣ ਕੀ ਹੈ, ਆਪ ਕਿਰਪਾ ਕਰਕੇ ਦੱਸੋ। ਜਗਤ ਗੁਰੂ ਜੀ ਕਹਿਣ ਲੱਗੇ ਕਿ ਭਾਈ ਗੁਰਮੁਖ ਦੇ ਲੱਛਣ ਵੀ ਬਹੁਤੇ ਆ ਤੇ ਮਨਮੁਖ ਦੇ ਲੱਛਣ ਵੀ ਬਹੁਤੇ ਆ, ਪਰ ਕੁਝ ਕੁ ਤੁਹਾਨੂੰ ਦੱਸ ਦਿੰਦੇ ਹਾਂ। ਗੁਰਮੁਖ ਦੇ ਲੱਛਣ ਵਾ ਕਿ ਗੁਰਮੁਖ ਸੁਖੀ ਨੂੰ ਵੇਖ ਕਰਕੇ ਖੁਸ਼ ਹੁੰਦਾ, ਦੁਖੀ ਨੂੰ ਵੇਖ ਕਰਕੇ ਦੁਖੀ ਹੁੰਦਾ। ਮਹਾਰਾਜ ਕਹਿੰਦੇ ਗੁਰਮੁਖ ਦਾ ਲੱਛਣ
ਤੇ ਗੁਰਮੁਖ ਉਪਦੇਸ਼ ਦਿੰਦਾ ਹੈ। ਜੋ ਗੁਰੂ ਦਾ ਉਪਦੇਸ਼ ਉਹਨੇ ਆਪ ਧਾਰਨ ਕੀਤਾ ਉਹ ਦੂਜਿਆਂ ਨੂੰ ਵੀ ਦਿੰਦਾ। ਜੇ ਨਾ ਕੋਈ ਮੰਨੇ ਤੇ ਉਹ ਹੱਠ ਨਹੀਂ ਕਰਦਾ ਆਪਣੀ ਗੱਲ ਮਨਾਉਣ ਦਾ। ਇਹ ਗੁਰਮੁਖ ਦਾ ਲੱਛਣ ਹੈ। ਤੇ ਮਹਾਰਾਜ ਮਨਮੁਖ ਦੇ ਕੀ ਲੱਛਣ? ਸਤਿਗੁਰੂ ਕਹਿੰਦੇ ਇਹਦੇ ਤੋਂ ਉਲਟ ਮਨਮੁਖ ਦੇ ਮੰਨ ਲਓ। ਜਿਹੜਾ ਮਨਮੁਖ ਹੈ ਉਹ ਸੁਖੀ ਨੂੰ ਵੇਖ ਕੇ ਦੁਖੀ ਹੋ ਜਾਂਦਾ। ਉਹਦਾ ਕੋਈ ਸੱਜਣ, ਕੋਈ ਮਿੱਤਰ, ਕੋਈ ਉਹਦੇ ਨੇੜੇ ਰਹਿਣ ਵਾਲਾ, ਕੋਈ ਆਂਢੀ, ਕੋਈ ਗੁਆਂਢੀ, ਕੋਈ ਰਿਸ਼ਤੇਦਾਰ, ਉਹ ਜਦੋਂ ਸੁਖੀ ਹੋ ਜਾਵੇ, ਸੁਖੀ ਸੰਸਾਰੀ ਤੌਰ ਤੇ ਸੁਖੀ ਤੇ ਆਪਾਂ ਇਸ ਤਰ੍ਹਾਂ ਹੀ ਮੰਨਾਂਗੇ ਨਾ, ਉਹਦੇ ਕਾਰੋਬਾਰ ਵਿੱਚ ਵਾਧਾ ਹੋ ਜਾਵੇ, ਉਹਦਾ ਘਰ ਵਧੀਆ ਹੋਵੇ, ਉਹਦੇ ਕੋਲੇ ਖਾਣ ਪੀਣ ਪਹਿਨਣ ਵਾਸਤੇ ਵਧੀਆ ਹੋਵੇ, ਉਹਦੇ ਕੋਲੇ ਸਹੂਲਤਾਂ ਵੱਧ ਹੋਣ। ਮਹਾਰਾਜ ਕਹਿੰਦੇ ਮਨਮੁਖ ਸੁਖੀ ਨੂੰ ਵੇਖ ਕੇ ਦੁਖੀ ਹੋ ਜਾਂਦਾ। ਤੇ ਬਹੁਤੀ ਗਿਣਤੀ ਸੰਸਾਰ ਵਿੱਚ ਐਸੀ ਹੈ ਵੀ ਆਪਣੇ ਦੁੱਖ ਤੋਂ ਬੰਦਾ ਦੁਖੀ ਨਹੀਂ, ਜਿੰਨਾ ਦੂਜੇ ਦੇ ਸੁੱਖ ਤੋਂ ਦੁਖੀ ਹੈ। ਵੀ ਮੈਂ ਤੇ ਦੁਖੀ ਹੈਗਾ ਤੇ ਦੁਖੀ ਚਲੋ ਹੈ ਹੀ ਆ ਕਰਮਾਂ ਕਰਕੇ, ਵੀ ਗੁਆਂਢੀ ਕਿਉਂ ਸੁਖੀ ਹੋ ਗਿਆ, ਦੂਜਾ ਕਿਉਂ ਸੁਖੀ ਹੋ ਗਿਆ, ਦੂਜਾ ਕਿਉਂ ਮੇਰੇ ਤੋਂ ਅੱਗੇ ਵੱਧ ਗਿਆ, ਦੂਜਾ ਕਿਉਂ ਸੁਖੀ ਹੈ। ਤੇ ਉਂਝ ਸਾਰਾ ਸੰਸਾਰ ਇਹ ਗੱਲ ਕਹਿੰਦਾ ਹੈ ਵੀ ਸਭ ਦਾ ਭਲਾ ਮੰਗਣਾ ਚਾਹੀਦਾ ਹੈ। ਸਾਨੂੰ ਤੇ ਮਹਾਰਾਜ ਸਾਹਿਬ ਜੀ ਨੇ ਸਿਧਾਂਤ ਹੀ ਇਹ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਤਾਂ ਸਿੱਖਿਆ ਹੀ ਇਹ ਹੈ ਕਿ ਤੂੰ ਦੂਜੇ ਦਾ ਭਲਾ ਪਹਿਲਾਂ ਮੰਗ ਤੇ ਫਿਰ ਤੇਰਾ ਭਲਾ ਵੀ ਹੋਵੇਗਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਇਹ ਗਲੇ ਤੋਂ ਉੱਪਰ ਹੀ ਗੱਲ ਹੈ, ਕੋਈ ਭਾਗਾਂ ਵਾਲਾ ਹੀ ਅੰਦਰੋਂ ਵੀ ਮੰਗਦਾ ਹੈ ਕਿ ਸਰਬੱਤ ਦਾ ਭਲਾ ਹੋਵੇ, ਸਭ ਦਾ ਭਲਾ ਹੋਵੇ। ਨਹੀਂ ਤੇ ਬੰਦਾ ਕਹਿੰਦਾ ਦੂਜਾ ਇਹਦਾ ਨੁਕਸਾਨ ਕਿਵੇਂ ਹੋਵੇ। ਪਹਿਲੀ ਗੱਲ ਤੇ ਆਪ ਯਤਨ ਕਰਨਾ ਨੁਕਸਾਨ ਕਰਨ ਦਾ। ਮੂੰਹ ਤੋਂ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਅੰਦਰੋਂ ਸੋਚਣਾ ਵੀ ਇਹਨੂੰ ਸੁੱਟਿਆ ਕਿਵੇਂ ਜਾਵੇ, ਇਹਨੂੰ ਡੇਗਿਆ ਕਿਵੇਂ ਜਾਵੇ, ਇਹਨੂੰ ਪਛਾੜਿਆ ਕਿਵੇਂ ਜਾਵੇ, ਇਹਨੂੰ ਖਤਮ ਕਿਵੇਂ ਕੀਤਾ ਜਾਵੇ। ਫਿਰ ਸਰਬੱਤ ਦਾ ਭਲਾ ਕਿਵੇਂ ਹੋਇਆ। ਸਤਿਗੁਰੂ ਕਹਿੰਦੇ ਭਾਈ ਕੱਲਾ ਮੂੰਹ ਤੋਂ ਨਾ ਬੋਲਿਆ ਕਰ, ਅੰਦਰੋਂ ਵੀ ਇਸ ਗੱਲ ਨੂੰ ਮੰਨਿਆ ਕਰ। ਜੇ ਤੂੰ ਆਪਣਾ ਭਲਾ ਲੋਚਦਾ ਹੈ ਨਾ, ਅਸਲ ਵਿੱਚ ਉਗਣਾ ਉਹ ਹੈ ਜੋ ਬੀਜੇਗਾ। ਜਿਹੜੇ ਬੀਜ ਉੱਪਰ ਦੀਦੇ ਆ ਨਾ ਧਰਤੀ ਤੇ ਜ਼ਮੀਨ ਤੇ ਪਏ ਹੋਏ, ਉਹ ਉਗਦੇ ਨਹੀਂ। ਜਿਹੜੇ ਤੇਰੇ ਕਰਮ ਦਿਸਦੇ ਆ ਨਾ ਬਾਹਰ, ਉਹਨਾਂ ਨੇ ਤੈਨੂੰ ਫਲ ਨਹੀਂ ਦੇਣਾ। ਜਿਹੜਾ ਤੇਰਾ ਅੰਦਰ ਲੁਕਿਆ ਹੋਇਆ ਕਰਮ ਵਾ ਨਾ, ਫਲ ਤਾਂ ਉਹਨੇ ਹੀ ਦੇਣਾ। ਕਹਿਣ ਦੀਆਂ ਗੱਲਾਂ ਜੋ ਮਰਜ਼ੀ ਕਹੀ ਜਾ। ਜਦੋਂ ਜ਼ਿਮੀਦਾਰ ਬੀਜ ਬੀਜਦਾ ਹੈ ਨਾ, ਤੇ ਉਹ ਛੱਟਾ ਦੇ ਕੇ ਪੱਠੇ ਵੀ ਬੀਜਣੇ ਹੋਣ ਨਾ, ਪੱਠੇ ਪਸ਼ੂਆਂ ਵਾਸਤੇ, ਤੇ ਛੱਟਾ ਦੇ ਕੇ ਤੇ ਉਤੋਂ ਵਾਹ ਕੇ ਤੇ ਫਿਰ ਸੁਹਾਗਾ ਮਾਰਿਆ ਜਾਂਦਾ। ਸੁਹਾਗਾ ਮਾਰਿਆ ਜਾਂਦਾ ਵੀ ਵਿੱਚ ਬੀਜ ਚੰਗੀ ਤਰ੍ਹਾਂ ਲੁਕ ਜਾਣ, ਦੱਬੇ ਜਾਣ। ਜਿਹੜੇ ਬੀਜ ਦੱਬੇ ਗਏ ਉਗਦੇ ਆ, ਜਿਹੜੇ ਉੱਤੇ ਰਹਿ ਜਾਂਦੇ ਸੁੱਕ ਜਾਂਦੇ ਆ। ਜਿਹੜਾ ਕਰਮ ਵਿਖਾਵੇ ਦਾ ਵਾ ਉਹਦਾ ਨਹੀਂ ਫਲ ਮਿਲਦਾ, ਜਿਹੜਾ ਅੰਦਰ ਦੱਬਿਆ ਗਿਆ ਉਹਦਾ ਫਲ ਮਿਲਦਾ ਹੈ। ਚੰਗਿਆਈ ਬੰਦਾ ਥੋੜੀ ਕਰਦਾ, ਪ੍ਰਦਰਸ਼ਨੀ ਉਹਦੀ ਜ਼ਿਆਦਾ ਕਰਦਾ ਹੈ। ਬੁਰਿਆਈ ਬਹੁਤੀ ਕਰਦਾ, ਉਹਨੂੰ ਲੁਕੋ ਕੇ ਰੱਖਦਾ, ਇਸ ਕਰਕੇ ਫੈਲਦੀ ਬੁਰਿਆਈ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਭਰਾਵਾ ਮਿੱਤਰਾ, ਜੇ ਤੂੰ ਸੁਖੀ ਹੋਣਾ ਚਾਹਣਾ ਨਾ, ਤੇ ਆਪਣੇ ਚਿੱਤ ਵਿੱਚ ਦੂਜੇ ਦਾ ਬੁਰਾ ਨਾ ਚਿਤਵਿਆ ਕਰ। ਜੇ ਤੂੰ ਰਸਨਾ ਤੋਂ ਮੰਗਦਾ ਵਾ ਨਾ ਸਰਬੱਤ ਦਾ ਭਲਾ, ਤੇ ਹਿਰਦੇ ਵਿੱਚ ਚਾਹਿਆ ਵੀ ਕਰ ਵੀ ਕਿਸੇ ਦੋਹਾਂ ਚੋਹਾਂ ਦਾ ਭਲਾ ਮੇਰੇ ਤੋਂ ਹੋ ਜਾਵੇ। ਜੇ ਭਲਾ ਨਹੀਂ ਕਰਨ ਜੋਗਾ ਤੇ ਘੱਟੋ ਘੱਟ ਬੁਰਾ ਨਾ ਚਿਤਵਿਆ ਕਰ, ਬੁਰਾ ਨਾ ਕਿਸੇ ਦਾ ਕਰਿਆ ਕਰ। ਜੇ ਭਲਾ ਨਹੀਂ ਕਰ ਸਕਦਾ, ਬੁਰਾ ਤੇ ਨਾ ਕਰ, ਕਰਨਾ ਤੇ ਭਲਾ ਚਾਹੀਦਾ। ਸਤਿਗੁਰੂ ਕਹਿੰਦੇ ਕਿ ਉਹਨਾਂ ਪ੍ਰੇਮੀਆਂ ਨੂੰ ਵੀ ਗੁਰਮੁਖ ਦੇ ਲੱਛਣ ਇਹ ਆ ਵੀ ਗੁਰਮੁਖ ਉਹ ਹੈ ਜਿਹੜਾ ਸੁਖੀ ਨੂੰ ਵੇਖ ਕੇ ਖੁਸ਼ ਹੋਵੇ। ਉਹਦੇ ਗਵਾਂਢੀ ਦਾ ਕਾਰੋਬਾਰ ਵਧਿਆ ਹੈ, ਉਹਦੇ ਭਰਾ ਦਾ ਕਾਰੋਬਾਰ ਵਧਿਆ ਹੈ, ਉਹਦੇ ਨਗਰ ਵਾਲਿਆਂ ਦਾ ਕਾਰੋਬਾਰ ਵਧਿਆ ਹੈ, ਉਹਦੇ ਸੱਜਣਾ ਮਿੱਤਰਾਂ ਦਾ ਕੋਈ ਕਾਰੋਬਾਰ ਵਧਿਆ ਹੈ। ਬਾਹਰੀ ਤੌਰ ਤੇ ਔਰ ਅੰਤਰੀਵੀ ਤੌਰ ਤੇ ਉਹ ਗੁਣਾਂ ਵਿੱਚ ਅੱਗੇ ਹੋਏ ਆ, ਤੇ ਉਹ ਖੁਸ਼ ਹੁੰਦਾ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਵਾ, ਤੂੰ ਇਹਨਾਂ ਤੇ ਮਿਹਰ ਕੀਤੀ ਹੈ। ਜਦੋਂ ਗੁਰਮੁਖ ਦੇ ਸਾਹਮਣੇ ਕੋਈ ਦੁਖੀ ਆਉਂਦਾ ਤੇ ਉਹਦਾ ਹਿਰਦਾ ਪਿਘਲ ਜਾਂਦਾ ਹੈ,
ਵੀ ਇਹਦੇ ਸਰੀਰ ਤੇ ਕਸ਼ਟ ਆਇਆ ਹੈ, ਦੁੱਖ ਆਇਆ ਹੈ। ਦੁੱਖ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ, ਸਰੀਰਕ ਰੋਗ, ਕੋਈ ਐਸਾ ਦੁੱਖ ਵੀ, ਕੋਈ ਇਸੇ ਤਰ੍ਹਾਂ ਮਾਇਆ ਵੱਲੋਂ, ਅਰਥ ਵੱਲੋਂ ਵੀ ਮਾਇਆ ਪਦਾਰਥ ਨਹੀਂ, ਗਰੀਬੀ ਕੰਗਾਲੀ ਦਾ ਦੁੱਖ ਵੀ ਹੋ ਸਕਦਾ ਹੈ। ਤੇ ਉਹ ਦੁੱਖ ਨੂੰ ਵੇਖ ਕਰਕੇ ਤੇ ਹਿਰਦਾ ਪਿਘਲ ਜਾਂਦਾ ਹੈ ਗੁਰਮੁਖ ਦਾ, ਉਸ ਦਾ ਦੁੱਖ ਦੂਰ ਕਰਨ ਦਾ ਯਤਨ ਕਰਦਾ ਹੈ। ਜੇ ਦੂਰ ਨਾ ਕਰ ਸਕੇ ਤੇ ਘੱਟੋ ਘੱਟ ਹਿਰਦੇ ਵਿੱਚ ਉਹਦੇ ਭਾਵਨਾ ਜ਼ਰੂਰ ਪੈਦਾ ਹੁੰਦੀ ਹੈ, ਉਹ ਸੋਚਦਾ ਹੈ, ਉਹਦੇ ਬਾਰੇ ਵਿਚਾਰਦਾ ਹੈ। ਤੇ ਮਹਾਰਾਜ ਕਹਿੰਦੇ ਮਨਮੁਖ ਦੇ ਦੂਸਰੇ ਲੱਛਣ ਆ ਵੀ ਉਹ ਸੁਖੀ ਨੂੰ ਵੇਖ ਕੇ ਦੁਖੀ ਹੋ ਜਾਂਦਾ ਹੈ ਤੇ ਦੁਖੀ ਨੂੰ ਵੇਖ ਕਰਕੇ ਖੁਸ਼ ਹੁੰਦਾ ਹੈ। ਮਨਮੁਖ ਦਾ ਇਹ ਲੱਛਣ, ਉਹਦੇ ਸਾਹਮਣੇ ਕੋਈ ਦੁਖੀ ਹੈ, ਕਿਸੇ ਨੂੰ ਸੱਟ ਪੇਟ ਲੱਗੀ ਹੋਈ ਹੈ ਤੇ ਉਹ ਖੁਸ਼ ਹੁੰਦਾ ਵੀ ਚੰਗਾ ਹੋਇਆ, ਹੁਣ ਕਾਬੂ ਆਇਆ। ਇਹ ਮਨਮੁਖ ਦਾ ਲੱਛਣ। ਤੇ ਫਿਰ ਮਹਾਰਾਜ ਕਹਿੰਦੇ ਵੀ ਮਨਮੁਖ ਜਿਹੜਾ ਉਹ ਆਪਣੀ ਸਿੱਖਿਆ ਦੇ ਕੇ ਤੇ ਉਹ ਮਨਾਉਣ ਦਾ ਹੱਠ ਕਰ ਲੈਂਦਾ ਹੈ ਵੀ ਜਿਹੜੀ ਮੈਂ ਗੱਲ ਕਹੀ ਹੈ ਮੈਂ ਮਨਾ ਕੇ ਛੱਡਾਂਗਾ। ਇਹ ਮੰਨਦਾ ਕਿਉਂ ਨਹੀਂ, ਮਨਾਵਾਂਗਾ। ਤੇ ਗੁਰਮੁਖ ਮਹਾਰਾਜ ਕਹਿੰਦੇ ਉਹ ਗੁਰੂ ਦਾ ਉਪਦੇਸ਼ ਦਿੰਦਾ, ਜੇ ਕੋਈ ਨਹੀਂ ਮੰਨਦਾ ਉਹ ਕਹਿੰਦਾ ਇਹਦੇ ਭਾਗਾਂ ਵਿੱਚ ਨਹੀਂ ਹੈ, ਮੈਂ ਜਿੱਦ ਕਰਕੇ ਥੋੜਾ ਮਨਾਉਣਾ ਹੈ। ਉਹ ਐਸੇ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਬਚਨ ਆਏ, ਜਗਤ ਗੁਰੂ ਜੀ ਨੇ ਉਪਦੇਸ਼ ਦਿੱਤਾ। ਇੱਥੇ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ ਕਿ ਜਿਹੜਾ ਅੱਤ ਦਾ ਪਿਆਰਾ ਹੈ, ਜੇ ਉਹ ਖੂਹ ਵਿੱਚ ਡਿੱਗਣ ਲੱਗੇ, ਗੁਰਸਿੱਖਾਂ ਵੱਲੋਂ ਬੇਨਤੀ ਹੈ ਕਿ ਉਸ ਨੂੰ ਫਿਰ ਕੀ ਯਤਨ ਕਰਨਾ ਚਾਹੀਦਾ, ਕਿਵੇਂ ਕੱਢਣਾ ਚਾਹੀਦਾ ਹੈ, ਕੀ ਉਪਦੇਸ਼ ਦੇਣਾ ਚਾਹੀਦਾ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਉਹ ਭਾਈ ਵਿਚਾਰ ਕਰ ਲਵੇ, ਉਪਦੇਸ਼ ਨਾ ਦਵੇ ਮੂਰਖ ਨੂੰ, ਬੇਸਮਝ ਨੂੰ। ਪਰ ਜੇ ਉਹ ਨਾ ਮੰਨੇ ਤੇ ਫਿਰ ਹੱਠ ਨਾ ਕਰੇ, ਉਸ ਅਲਿਪਤ ਹੋ ਰਹਿਣਾ। ਗੁਰਮੁਖ ਨੇ ਨਿਰਲੇਪ ਰਹਿਣਾ ਹੈ, ਉਪਦੇਸ਼ ਦੇ ਕਰਕੇ ਪਾਸੇ ਰਹਿਣਾ, ਕਿਨਾਰੇ ਰਹਿਣਾ ਹੈ। ਹਰ ਨਾਮ ਜਪੈ ਆਪ ਤੁਰੈ। ਗੁਰਮੁਖ ਨੂੰ ਤਾਂ ਇਹ ਕਰਨਾ ਚਾਹੀਦਾ ਹੈ ਕਿ ਉਹ ਹਰੀ ਪਰਮੇਸ਼ਰ ਦਾ ਨਾਮ ਜਪੇ, ਤੇ ਨਾਮ ਜਪੇਗਾ ਤੇ ਗੁਰਮੁਖ ਆਪ ਵੀ ਉਧਰ ਜਾਵੇਗਾ ਸੰਸਾਰ ਭੌਜਲ ਤੋਂ। ਮਹਾਰਾਜ ਸਾਹਿਬ ਜੀ ਨੇ ਇਸ ਸ਼ਲੋਕ ਦੇ ਆਰੰਭ ਵਾਲੀਆਂ ਪੰਕਤੀਆਂ ਦੇ ਵਿੱਚ ਮੂਰਖਤਾਈ ਦੀ ਗੱਲ ਕੀਤੀ ਹੈ, ਮੂਰਖ ਦੇ ਲੱਛਣ ਦੱਸੇ। ਗੁਰਬਾਣੀ ਦੇ ਅੰਦਰ ਹੋਰ ਵੀ ਸਾਧ ਸੰਗਤ ਜੀ ਬੇਅੰਤ ਥਾਵਾਂ ਤੇ ਮਹਾਰਾਜ ਨੇ ਬਚਨ ਕਹੇ, ਜਿਵੇਂ ਆਸਾ ਕੀ ਵਾਰ ਦੇ ਵਿੱਚ ਬਚਨ ਆਉਂਦਾ ਹੈ, ਜਾ ਰਹਿਣਾ ਨਾਹੀ ਐਤ ਜਗ ਤਕ ਆਇਤ ਗਾਰਬ ਹੰਡੀਐ। ਮੂਰਖ ਹੈ ਨਾਲ ਨਾ ਲੁੱਝਿਆ, ਅਖੀਰ ਤੇ ਆਖਿਆ ਜਾ ਕੇ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਕਹਿੰਦੇ ਕਿ ਜੋ ਮੂਰਖ ਹੈ ਉਹਨੂੰ ਉਪਦੇਸ਼ ਦਿੰਦੇ ਹੋਏ ਉਹਦੇ ਨਾਲ ਲੁੱਝਣਾ ਨਹੀਂ ਚਾਹੀਦਾ, ਉਹਦੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ। ਇਹ ਉਪਦੇਸ਼ ਦੇ ਕਰਕੇ, ਸਿੱਖਿਆ ਦੇ ਕਰਕੇ ਕਿਨਾਰੇ ਹੋ ਜਾਣਾ ਚਾਹੀਦਾ, ਨਿਰਲੇਪ ਰਹਿਣਾ ਚਾਹੀਦਾ। ਜਾਂ ਰਹਿਣਾ ਨਾਹੀ ਐਤ ਜਗ ਤਕ ਆਇਤ ਗਾਰਬ ਹੰਡੀਐ। ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ, ਮੂਰਖ ਨਾਲ ਨਾ ਲੁੱਝੀਐ। ਕਿ ਜਿਹੜਾ ਮੂਰਖ ਹੈ ਉਹਦੇ ਨਾਲ ਲੁੱਝ ਹੀ ਨਹੀਂ ਜਾਣਾ, ਉਹਦੇ ਨਾਲ ਫਸ ਹੀ ਨਹੀਂ ਜਾਣਾ। ਇਸੇ ਤਰ੍ਹਾਂ ਇੱਕ ਥਾਂ ਤੇ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਮੂਰਖ ਗੰਢ ਪਵੈ ਮੋਹਿ ਮਾਰ। ਉੱਥੇ ਵੱਖ-ਵੱਖ ਗੰਢ ਦਾ ਜ਼ਿਕਰ ਕੀਤਾ ਹੈ ਕਿ ਲੋਹੇ ਨੂੰ ਗੰਢ ਕਿਵੇਂ ਪੈਂਦੀ ਹੈ, ਕਹੇ ਨੂੰ ਗੰਢ ਕਿਵੇਂ ਪੈਂਦੀ ਹੈ। ਕਿ ਲੋਹਾਰ ਅੱਗ ਬਾਲ ਕਰਕੇ ਉਹ ਗਾਂਢਾ ਲਾ ਦਿੰਦਾ ਹੈ। ਜੇ ਲੋਹੇ ਦਾ ਬਰਤਨ ਕੋਈ ਚੀਜ਼ ਟੁੱਟ ਜਾਵੇ ਤੇ ਉਹ ਲੋਹਾਰ ਅਗਨੀ ਦੇ ਨਾਲ ਗੰਢ ਪਾ ਦਿੰਦਾ। ਉੱਥੇ ਮੂਰਖ ਦੀ ਗੰਢ ਦਾ ਜ਼ਿਕਰ ਕੀਤਾ ਤੇ ਮਹਾਰਾਜ ਸਾਹਿਬ ਨੇ ਆਖਿਆ, ਮੂਰਖ ਗੰਢ ਪਵੈ ਮੋਹਿ ਮਾਰ। ਇੱਕ ਥਾਂ ਤੇ ਆਖਿਆ ਵੀ ਮੂਰਖ ਦੇ ਨਾਲ ਲੁੱਝਣਾ ਨਹੀਂ ਚਾਹੀਦਾ, ਉੱਥੇ ਚੁੱਪ ਕਰ ਜਾਣਾ ਚਾਹੀਦਾ, ਪਾਸੇ ਹੋ ਜਾਣਾ ਚਾਹੀਦਾ। ਇੱਕ ਥਾਂ ਤੇ ਆਖਿਆ ਮੂਰਖ ਦੇ ਨਾਲ ਸਾਂਝ ਤਾਂ ਪੈਂਦੀ ਹੈ ਜੇ ਇਹਦੇ ਮੂੰਹ ਤੇ ਮਾਰ ਪਵੇ ਤਾਂ, ਕਿਉਂਕਿ ਮੂਰਖ ਦਾ ਉਹਦੇ ਵਾਸਤੇ ਗਿਆਨ ਨਹੀਂ, ਸਮਝ ਨਹੀਂ ਹੈ, ਉਹ ਗਿਆਨ ਨੂੰ ਨਹੀਂ ਸਮਝਦਾ ਹੈ। ਮੂਰਖ ਨਾਲ ਸਾਂਝ ਤਾਂ ਹੀ ਬਣਦੀ ਹੈ, ਮੂਰਖ ਗੰਢ ਪਵੈ ਮੋਹਿ ਮਾਰ। ਮੂੰਹ ਤੇ ਮਾਰ ਜਦੋਂ ਉਹਦੇ ਪਵੇ ਤੇ ਫੇਰ ਉਹ ਸਮਝਦਾ। ਤੋ ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਇੱਥੇ ਫਰਮਾਉਂਦੇ ਹਨ ਵੀ ਗੁਰਮੁਖ ਦੇ ਤਾਂ ਇਹ ਲੱਛਣ ਆ ਭਾਈ, ਉਹਨੂੰ ਨਾਮ ਜਪਣਾ ਚਾਹੀਦਾ ਵਾਹਿਗੁਰੂ ਪਰਮੇਸ਼ਰ ਦਾ। ਜਦੋਂ ਨਾਮ ਜਪੇਗਾ
ਤੇ ਗੁਰਮੁਖ ਆਪ ਵੀ ਉਧਰੇਗਾ, ਆਪ ਵੀ ਸੰਸਾਰ ਭਉਜਲ ਤੋਂ ਤਰੇਗਾ। ਉਸ ਪੁੱਛੈ ਡੁੱਬ ਜੇ ਭੀ ਤਰਨਾ। ਤੇ ਉਸ ਗੁਰਮੁਖ ਦੇ ਪਿੱਛੇ ਲੱਗ ਕਰਕੇ ਜਿਹੜੇ ਡੁੱਬਣ ਵਾਲੇ ਹਨ, ਇਹ ਖੂਹ ਵਿੱਚ ਡਿੱਗਣ ਵਾਲੇ ਹਨ, ਮੂਰਖ ਜੀ, ਬੇਸਮਝ ਜੀ, ਉਹ ਵੀ ਉਹਦੇ ਪਿੱਛੇ ਲੱਗ ਕਰਕੇ ਤਰ ਜਾਣਗੇ। ਪਿੱਛੇ ਲੱਗਣ ਤੋਂ ਭਾਵ ਉਸ ਗੁਰਮੁਖ ਦੀ ਸਿੱਖਿਆ ਮੰਨ ਕੇ, ਜਿਹੜੇ ਰਾਹ ਤੇ ਉਹ ਤੁਰਦਾ ਹੈ ਗੁਰਮੁਖ, ਉਸ ਰਾਹ ਤੇ ਜੇ ਤੁਰਨਗੇ ਨਾ ਸੰਸਾਰ ਦੇ ਜੀਵ, ਤੇ ਉਹਦੇ ਪਿੱਛੇ ਲੱਗ ਕਰਕੇ ਉਹਨਾਂ ਦਾ ਵੀ ਤਰਨਾ ਹੋ ਜਾਵੇਗਾ। ਕਿਉਂਕਿ ਜਿਸ ਨੇ ਨਾਮ ਜਪਿਆ ਹੈ, ਜਿਸ ਨੇ ਨਾਮ ਧਿਆਇਆ ਹੈ, ਉਹਦੀ ਸੰਗਤ ਕਰਨ ਵਾਲੇ ਨੂੰ ਵੀ ਫਲ ਮਿਲਦਾ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਮ ਧਿਆਉਣ ਵਾਲੇ ਦਾ ਮੁਖ ਤੇ ਉਜਲਾ ਹੁੰਦਾ ਹੀ ਹੈ, ਪਰ ਜਿਹੜੀ ਸ੍ਰਿਸ਼ਟੀ ਉਹਦੇ ਨਾਲ ਸੰਗਤ ਕਰਦੀ ਹੈ, ਉਹ ਕਿਤਨੀ ਸ੍ਰਿਸ਼ਟੀ ਵੀ ਛੁਟਕਾਰਾ ਪਾ ਜਾਂਦੀ ਹੈ। ਕੀਤੀ ਛੁੱਟੀ ਨਾਲ, ਉਹਦੇ ਨਾਲ ਲੱਗ ਕਰਕੇ, ਉਹਦੇ ਪਿੱਛੇ ਚੱਲ ਕਰਕੇ ਡੁੱਬਦੇ ਵੀ ਤਰ ਜਾਂਦੇ ਹਨ। ਨਾਨਕ ਜੋ ਤਿਸ ਭਾਵੈ ਸੋ ਕਰੇ। ਗਰੀਬ ਨਵਾਜ ਸਾਹਿਬ ਜੀ ਕਹਿੰਦੇ, ਭਾਈ ਗੁਰਮੁਖ ਤਾਂ ਵਾਹਿਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਉਹ ਸਮਝਦਾ ਹੈ ਵੀ ਜੋ ਤਿਸ ਭਾਵ ਹੈ, ਜੋ ਤਿਸ ਪਰਮੇਸ਼ਰ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹ ਪਰਮੇਸ਼ਰ ਉਹ ਕੁਝ ਕਰਦਾ ਹੈ। ਜੋ ਦੇ ਸੋ ਸਹਿਣਾ। ਤੇ ਜੋ ਪਰਮੇਸ਼ਰ ਵਾਹਿਗੁਰੂ ਜੀ ਆਪਣੇ ਹੁਕਮ ਦੇ ਨਾਲ ਦਿੰਦੇ ਆ, ਉਹਨੂੰ ਸਹਿਣਾ ਪੈਂਦਾ ਹੈ, ਉਸ ਭਾਣੇ ਨੂੰ ਮੰਨਣਾ ਪੈਂਦਾ ਹੈ। ਜੋ ਪਰਮੇਸ਼ਰ ਦੇਵੇ, ਲਾਭ ਦੇਵੇ, ਘਾਟਾ ਦੇਵੇ, ਉਹ ਝੱਲਣਾ ਪੈਂਦਾ, ਸਹਿਣਾ ਪੈਂਦਾ ਹੈ। ਜੋ ਪਰਮੇਸ਼ਰ ਆਪਣੇ ਹੁਕਮ ਦੇ ਨਾਲ ਸੁੱਖ ਦੇਣ, ਦੁੱਖ ਦੇਣ, ਸੋ ਸਹਿਣਾ, ਉਹਨੂੰ ਸਹਾਰਨਾ ਪੈਂਦਾ, ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਚੱਲਣਾ ਪੈਂਦਾ ਹੈ। ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਅਗਲਾ ਸ਼ਲੋਕ ਹੈ। ਇਹ ਜੋ ਸ਼ਲੋਕ ਆ ਰਿਹਾ ਨਾ ਮਹਾਰਾਜ ਸਾਹਿਬ ਜੀ ਦਾ, ਗਰੀਬ ਨਵਾਜ ਸਾਹਿਬ ਜੀ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਉਣ ਤੋਂ ਪਹਿਲਾਂ ਇਸੇ ਥਾਂ ਤੇ ਸਤਿਗੁਰੂ ਜੀ ਬੈਠੇ ਹੋਏ ਸਨ, ਔਰ ਇੱਥੇ ਮਹਾਰਾਜ ਸਾਹਿਬ ਜੀ ਦੇ ਸੰਗਤਾਂ ਦਰਸ਼ਨ ਕਰਦੀਆਂ। ਕੁਝ ਜੋਗੀ ਲੋਕ ਵੀ ਆਏ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਗੁਰੂ ਸਾਹਿਬ ਜੀ ਤੋਂ ਉਪਦੇਸ਼ ਲੈ ਕਰਕੇ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਲਿਖ ਕੇ ਲੈ ਕੇ ਗਏ, ਤੇ ਉਹਨਾਂ ਸ਼ਬਦਾਂ ਨੂੰ ਉਹ ਜਪਦੇ ਆ, ਗਾਉਂਦੇ। ਇਹ ਜੋ ਸ਼ਲੋਕ ਹੈ, ਇਸ ਸ਼ਲੋਕ ਨੂੰ ਕੁਝ ਜੋਗੀ ਗਾ ਰਹੇ ਸਨ ਲਾਹੌਰ ਦੀਆਂ ਗਲੀਆਂ ਦੇ ਵਿੱਚ, ਜਿਹੜਾ ਸ਼ਲੋਕ ਅੱਗੇ ਆ ਰਿਹਾ। ਤਾਂ ਲਾਹੌਰ ਦੀਆਂ ਗਲੀਆਂ ਵਿੱਚ ਜਿਸ ਵੇਲੇ ਇਹ ਸ਼ਲੋਕ ਉਹ ਜੋਗੀ ਗਾ ਰਹੇ ਸਨ, ਤੇ ਲਾਹੌਰ ਦਾ ਕਰੋੜੀਆ ਖੱਤਰੀ ਉਹਨੇ ਸੁਣਿਆ, ਤੇ ਮਹਾਰਾਜ ਸਾਹਿਬ ਜੀ ਦਾ ਨਾਮ ਸੁਣਿਆ ਜਦੋਂ ਇਹ ਸ਼ਬਦ ਦੇ ਵਿੱਚ, ਸ਼ਲੋਕ ਦੇ ਵਿੱਚ, ਉਹਦੇ ਅੰਦਰ ਈਰਖਾ ਸੀ ਮਹਾਰਾਜ ਸਾਹਿਬ ਜੀ ਦੇ ਪ੍ਰਤੀ। ਪੁੱਛਦਾ ਹੈ ਵੀ ਇਹ ਕਿਹਦੀ ਬਾਣੀ ਤੁਸੀਂ ਗਾਉਂਦੇ ਹੋ? ਉਹਨਾਂ ਆਖਿਆ ਇਹ ਸ੍ਰੀ ਨਾਨਕ ਜੀ ਦੀ ਬਾਣੀ, ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ। ਗੁਰੂ ਸਾਹਿਬ ਜੀ ਨੂੰ ਤਪਾ ਕਹਿੰਦੇ ਸਨ ਉਹ ਜੋਗੀ ਲੋਕ, ਕਹਿਣ ਲੱਗੇ ਸ੍ਰੀ ਨਾਨਕ ਤਪਾ ਜੀ ਦੀ ਬਾਣੀ ਗਾਉਂਦੇ। ਕਰੋੜੀਆ ਖੱਤਰੀ ਕਹਿਣ ਲੱਗਾ ਚੁੱਪ ਕਰ ਜਾਓ, ਇਹ ਬਾਣੀ ਨਾ ਗਾਓ, ਮੈਂ ਹੁਣੇ ਜਾਣਾ ਤੇ ਉਹਨਾਂ ਨੂੰ ਉੱਥੋਂ ਉਠਾ ਦੇਣਾ, ਉਹ ਮੇਰੀ ਜ਼ਮੀਨ ਹੈ। ਬਹੁਤ ਤਕੜਾ ਵੱਡਾ ਧਨਾੜ ਸੀਗਾ ਕਰੋੜੀਆ, ਤਾਂ ਹੀ ਉਹਨੂੰ ਕਿਹਾ ਜਾਂਦਾ ਸੀ, ਕਰੋੜਾਂ ਦੀ ਜਾਇਦਾਦ ਸੀ ਉਹਦੀ। ਕਰੋੜੀਆ ਖੱਤਰੀ ਘੋੜੇ ਤੇ ਸਵਾਰ ਹੋਇਆ, ਕਹਿੰਦਾ ਮੈਂ ਜਾਣਾ ਤੇ ਹੁਣੇ ਸ੍ਰੀ ਨਾਨਕ ਤਪਾ ਜੀ ਨੂੰ ਉਠਾ ਦੇਣਾ ਉੱਥੋਂ। ਮਨ ਵਿੱਚ ਸੁਭਾਵਕ ਹੀ ਉਹਦੇ ਈਰਖਾ ਪੈਦਾ ਹੋਈ ਬਿਨਾਂ ਕਾਰਨ ਤੋਂ। ਗੁਰੂ ਸਾਹਿਬ ਜੀ ਦੀ ਸੋਭਾ ਵੇਖ ਕਰਕੇ ਜਰ ਨਾ ਸਕਿਆ। ਜਦੋਂ ਘੋੜੇ ਤੇ ਚੜ੍ਹਿਆ ਤੇ ਘੋੜਾ ਸੀਖ ਪੌੜ ਹੋ ਗਿਆ, ਅਗਲੇ ਪੈਰ ਚੁੱਕ ਕੇ ਤਾਂ ਨੂੰ ਸੀਖ ਪੌੜ ਹੋ ਗਿਆ ਨਾ ਘੋੜਾ, ਤੇ ਆਪ ਪਿਛਾਂਹ ਡਿੱਗਾ, ਪੱਗ ਲੱਥ ਗਈ। ਉਹਦੇ ਨੌਕਰਾਂ ਚਾਕਰਾਂ ਨੇ ਆਖਿਆ ਵੀ ਤੁਸੀਂ ਨਾ ਜਾਓ, ਵੇਖੋ ਇਹ ਕੁਸ਼ਗਨ ਹੋ ਗਿਆ ਹੈ, ਘੋੜਾ ਵੀ ਨਹੀਂ ਤੁਰਿਆ ਹੈ ਤੇ ਤੁਹਾਡੀ ਪੱਗ ਵੀ ਲੱਥ ਗਈ, ਇਸ ਕਰਕੇ ਤੁਸੀਂ ਗੁਰੂ ਸਾਹਿਬ ਜੀ ਉੱਤੇ ਚੜ੍ਹਾਈ ਕਰਕੇ ਨਾ ਜਾਓ। ਉਸ ਦਿਨ ਤਾਂ ਮੰਨ ਗਿਆ, ਨਾ ਤੁਰਿਆ। ਅਗਲੇ ਦਿਨ ਫੇਰ ਚੱਲ ਪਿਆ, ਕਹਿੰਦਾ ਮੈਂ ਜਾਵਾਂਗਾ ਤੇ ਉਹਨਾਂ ਨੂੰ ਉੱਥੋਂ ਉਠਾ ਦਿਆਂਗਾ। ਤੁਰ ਪਿਆ, ਨਾਲ ਉਹਦੇ ਨੌਕਰ ਚਾਕਰ ਵੀ ਤੁਰ ਪਏ। ਅੱਧ ਵਿਚਾਲੇ ਗਿਆ
ਲਾਹੌਰ ਤੋਂ ਜਿੱਥੇ ਕਰਤਾਰਪੁਰ ਸਾਹਿਬ ਵਸਿਆ, ਕਰਤਾਰਪੁਰ ਸਾਹਿਬ ਤੋਂ ਪਿਛਾਂਹ ਸੀ, ਹਲੇ ਉਦੋਂ ਨਗਰ ਨਹੀਂ ਸੀ ਵਸਾਇਆ। ਦਿਸਣੋਂ ਹਟ ਗਿਆ ਕਰੋੜੀਏ ਖੱਤਰੀ ਨੂੰ। ਨਾਲ ਦਿਆਂ ਨੂੰ ਕਹਿੰਦਾ ਮੈਨੂੰ ਦਿਸਦਾ ਨਹੀਂ। ਉਹ ਕਹਿੰਦੇ ਤੈਨੂੰ ਆਖਿਆ ਸੀ ਮਹਾਰਾਜ ਤੇ ਚੜ੍ਹਾਈ ਕਰਕੇ ਨਾ ਜਾ। ਕਹਿੰਦਾ ਹੁਣ ਕੀ ਕਰਾਂ? ਕਹਿਣ ਲੱਗੇ ਹੁਣ ਮਨ ਵਿੱਚ ਬੇਨਤੀ ਕਰ, ਤਰਲਾ ਪਾ ਤੇ ਹੁਣ ਆ ਘੋੜੇ ਤੋਂ ਥੱਲੇ ਉਤਰ ਤੇ ਹੁਣ ਤਰਲੇ ਪਾ ਤੇ ਗੁਰੂ ਸਾਹਿਬ ਜੀ ਨੂੰ ਭਾਵਨਾ ਨਾਲ ਚੱਲ ਕੇ ਮੱਥਾ ਟੇਕ, ਦਿਸਣ ਲੱਗ ਪਵੇਗਾ। ਕਹਿੰਦਾ ਮੈਨੂੰ ਫੜ ਕੇ ਲੈ ਕੇ ਜਾ, ਹੁਣ ਮੈਨੂੰ ਰਾਹ ਨਹੀਂ ਦਿਸਦਾ। ਉਹਨਾਂ ਨੇ ਬਾਹਾਂ ਤੋਂ ਫੜਿਆ ਤੇ ਜਿਵੇਂ ਸੂਰਮੇ ਸਿੰਘ ਨੂੰ ਤੋਰੀ ਦਾ ਫੜ ਕੇ, ਖਾਲਸੀ ਬੋਲੇ ਦੇ ਵਿੱਚ ਜਿਹਨੂੰ ਦਿਸੇ ਨਾ ਉਹਨੂੰ ਸੂਰਮਾ ਕਹਿੰਦੇ, ਉਹ ਫਿਰ ਫੜ ਕਰਕੇ ਉਹਨੂੰ ਉੱਥੇ ਲੈ ਕੇ ਆਏ ਤੇ ਮਹਾਰਾਜ ਦੇ ਚਰਨੀ ਪਾਇਆ ਤੇ ਉਹਨੇ ਬੇਨਤੀਆਂ ਕੀਤੀਆਂ ਵੀ ਮਹਾਰਾਜ ਇਸ ਤਰ੍ਹਾਂ ਮੈਂ ਤੁਹਾਡੇ ਤੇ ਚੜ੍ਹਾਈ ਕਰਕੇ ਆ ਰਿਹਾ ਸੀ, ਮੈਨੂੰ ਦਿਸਣੋਂ ਹਟ ਗਿਆ ਤੇ ਕਿਰਪਾ ਕਰਕੇ ਮੈਨੂੰ ਮਾਫੀ ਦੇ ਦਿਓ। ਤੇ ਸਤਿਗੁਰੂ ਕਹਿੰਦੇ ਅੱਖਾਂ ਖੋਲ। ਉਹਨੇ ਅੱਖਾਂ ਖੋਲੀਆਂ ਤੇ ਦਿਸਣ ਲੱਗ ਪਿਆ। ਮਹਾਰਾਜ ਦੇ ਸਾਹਮਣੇ ਦਰਸ਼ਨ ਹੋਏ। ਫਿਰ ਬੇਨਤੀ ਕੀਤੀ ਕਰੋੜੀਏ ਖੱਤਰੀ ਨੇ ਵੀ ਮਹਾਰਾਜ ਮੈਂ ਆਪ ਜੀ ਨੂੰ ਇਹ ਜ਼ਮੀਨ ਭੇਟ ਕਰਦਾ ਹਾਂ ਤੇ ਕਿਰਪਾ ਕਰਕੇ ਇੱਥੇ ਨਗਰ ਵਸਾਓ, ਇੱਥੇ ਧਰਮਸ਼ਾਲਾ ਬਣਾਓ ਤੇ ਮੈਂ ਆਪ ਵੀ ਸੇਵਾ ਕਰਾਂਗਾ। ਫਿਰ ਉਹਨੇ ਬੇਨਤੀਆਂ ਕਰਕੇ ਤਰਲੇ ਪਾ ਕੇ ਜ਼ਮੀਨ ਵੀ ਦਿੱਤੀ ਤੇ ਫਿਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਨਗਰ ਵਸਾਉਣ ਵਾਸਤੇ ਮਨਾਇਆ ਵੀ ਤੇ ਫਿਰ ਸਤਿਗੁਰੂ ਜੀ ਨੇ ਨਗਰ ਵਸਾਇਆ ਤੇ ਉਹਨੇ ਨਾਲ ਆਪ ਲੱਗ ਕੇ ਵੀ ਸੇਵਾ ਕੀਤੀ। ਮਾਇਆ ਵੀ ਭੇਟ ਕੀਤੀ, ਜ਼ਮੀਨ ਵੀ ਭੇਟ ਕੀਤੀ, ਸੰਗਤਾਂ ਵੀ ਲੱਗੀਆਂ। ਫਿਰ ਨਗਰ ਵਸਿਆ, ਧਰਮਸ਼ਾਲਾ ਬਣਾਈ ਤੇ ਫਿਰ ਮਹਾਰਾਜ ਸਾਹਿਬ ਜੀ ਨੇ ਉਹਦਾ ਨਾਂ ਰੱਖਿਆ ਕਰਤਾਰ ਦੇ ਨਾਂ ਤੇ ਕਰਤਾਰਪੁਰ ਸਾਹਿਬ। ਤਾਂ ਇਹ ਸ਼ਲੋਕ ਦੀ ਐਸਾ ਵੀ ਜ਼ਿਕਰ ਇਤਿਹਾਸ ਦੇ ਵਿੱਚ ਆਇਆ। ਤਾਂ ਮਹਾਰਾਜ ਸਾਹਿਬ ਜੀ ਇਸ ਪਵਿੱਤਰ ਸ਼ਲੋਕ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਨਾਨਕ ਆਖੈ ਰੇ ਮਨਾ। ਮਹਾਰਾਜ ਸਾਹਿਬ ਜੀ ਮਨ ਨੂੰ ਸੁਬੋਧਨ ਹੋ ਕਰਕੇ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਦਿੰਦੇ। ਨਾਨਕ ਆਖੈ ਰੇ ਮਨਾ, ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਖ ਰਹੇ, ਕਹਿ ਰਹੇ, ਹੇ ਮਨਾ ਸੁਣ, ਹੇ ਜੀਵ ਸੁਣ। ਸੁਣਿਆ ਸਿੱਖ ਸਹੀ। ਸੁਣਨਾ ਕੀ ਹੈ? ਮਹਾਰਾਜ ਕਹਿਣ ਲੱਗੇ ਸਿੱਖ ਸਹੀ। ਸਹੀ ਤੋਂ ਭਾਵ ਹੈ ਸੱਚੀ, ਜਿਹੜੀ ਸਹੀ ਸਿੱਖਿਆ ਹੈ ਨਾ, ਸੱਚੀ ਸਿੱਖਿਆ ਹੈ। ਹੇ ਜੀਵ ਇਹ ਸੁਣਨਾ ਕਰ, ਮਨ ਕਰਕੇ ਸੁਣਨਾ ਕਰ, ਸੱਚੀ ਸਿੱਖਿਆ ਤੈਨੂੰ ਸੁਣਾਉਂਦੇ ਹਾਂ। ਲੇਖਾ ਰੱਬ ਮੰਗੇਸੀਆ। ਰੱਬ ਨੇ ਤੈਥੋਂ ਲੇਖਾ ਮੰਗਣਾ ਜੀਵ। ਜੋ ਸਰਬ ਕਲਾ ਸਮਰੱਥ ਹੈ ਨਾ ਪਰਮੇਸ਼ਰ, ਰੱਬ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ, ਜਿਹਨੇ ਤੈਨੂੰ ਜਨਮ ਦੇ ਕੇ ਇਹ ਮਨੁੱਖਾ ਜਨਮ ਦੇ ਵਿੱਚ ਭੇਜਿਆ ਹੈ, ਉਸ ਰੱਬ ਨੇ ਤੈਥੋਂ ਲੇਖਾ ਮੰਗਣਾ ਹੈ। ਬੈਠਾ ਕੱਟ ਵਹੀ। ਉਹ ਜਦੋਂ ਲੇਖਾ ਮੰਗੇਗਾ ਤੇ ਵਹੀ ਕੱਢ ਕਰਕੇ ਬਹਿ ਜਾਵੇਗਾ ਰੱਬ। ਵਹੀ ਖਾਤਾ ਕੱਢ ਕਰਕੇ ਨਾ, ਆਪਣਾ ਰਜਿਸਟਰ ਕੱਢ ਕੇ ਰੱਬ ਨੇ ਉਹਦੇ ਚੋਂ ਇੱਕ ਇੱਕ ਦਿਨ ਦਾ ਤੇਰੇ ਤੋਂ ਹਿਸਾਬ ਕਿਤਾਬ ਲੈਣਾ। ਸਾਰੇ ਜਿੰਨੇ ਸਾਲ ਤੂੰ ਜ਼ਿੰਦਗੀ ਦੇ ਗੁਜ਼ਾਰੇ, ਸਾਰੇ ਜੀਵਨ ਦੇ ਵਿੱਚ ਇੱਕ ਦਿਨ ਦਾ ਲੇਖਾ ਲਿਆ ਜਾਵੇਗਾ ਵੀ ਇਸ ਦਿਨ ਵਿੱਚ ਕੀ ਕੁਝ ਤੂੰ ਕੀਤਾ, ਚੰਗੇ ਕਿੰਨੇ ਚੰਗੇ ਕਰਮ ਕੀਤੇ, ਕਿੰਨੇ ਮਾੜੇ ਕੀਤੇ, ਕਦੋਂ ਤੂੰ ਆ ਕੁਝ ਕੀਤਾ, ਕਿੰਨੀ ਵਾਰੀ ਝੂਠ ਬੋਲਿਆ, ਕਿੰਨੀ ਵਾਰੀ ਨਿੰਦਿਆ ਕੀਤੀ, ਕਿੰਨੀ ਵਾਰੀ ਚੁਗਲੀ ਕੀਤੀ, ਕਿੰਨੀ ਵਾਰੀ ਈਰਖਾ ਕੀਤੀ, ਕੀ ਕੁਝ ਕੀਤਾ। ਉਹ ਵਹੀ ਵਿੱਚ ਸਭ ਕੁਝ ਲਿਖਿਆ ਹੋਇਆ। ਵਹੀ ਕੱਢ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਹੇ ਜੀਵ ਰੱਬ ਨੇ ਤੈਥੋਂ ਲੇਖਾ ਲੈਣਾ ਹੈ, ਹਿਸਾਬ ਕਿਤਾਬ ਤੇ ਇੱਥੋਂ ਮੰਗਣਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ, ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ। ਤੂੰ ਆਹੋਂ ਕਿਹੜੇ ਕੰਮ, ਰੱਬ ਨੇ ਲੇਖਾ ਮੰਗਣਾ ਕਿ ਤੂੰ ਬੰਦਿਆ ਆਇਆ ਕਿਹੜੇ ਕੰਮ ਸੀ ਤੇ ਕਰਦਾ ਕੀ ਰਿਹਾ। ਕਿ ਤੈਨੂੰ ਆਹ ਕੁਝ ਕਰਨ ਵਾਸਤੇ ਭੇਜਿਆ ਸੀ ਸੰਸਾਰ ਵਿੱਚ, ਤੈਨੂੰ ਤਾਂ 84 ਲੱਖ ਜੂਨ ਦਾ ਸਰਦਾਰ ਬਣਾ ਕੇ ਭੇਜਿਆ ਸੀ ਵੀ ਜਾ ਕੇ ਸਿਮਰਨ ਭਜਨ ਕਰੀ। ਆਇਓ ਸੁਣਨ ਪੜਨ ਕਾ ਬਾਣੀ, ਤੂੰ ਤੇ ਬਾਣੀ ਸੁਣਨ ਵਾਸਤੇ ਤੇ ਬਾਣੀ ਪੜਨ ਵਾਸਤੇ ਆਇਆ ਸੀ ਮਨੁੱਖਾ ਜਨਮ ਵਿੱਚ। ਨਾਮ ਵਿਸਾਰ ਲੱਗਿਆ ਹੈ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਜਿਵੇਂ ਤੀਜੇ ਪਾਤਸ਼ਾਹ ਆਨੰਦ ਸਾਹਿਬ ਜੀ ਕਹਿੰਦੇ ਵੀ ਸਰੀਰ ਨੂੰ ਪੁੱਛਿਆ ਤੇ ਕਰ ਵੀ ਸਰੀਰਾ ਤੂੰ ਆਇਆ ਕੀ ਕਰਨ ਵਾਸਤੇ ਆ ਤੇ ਕਰਦਾ ਕੀ ਪਿਆ ਹੈ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ।
ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿੱਤ ਲਾਇਆ। ਸਰੀਰ ਉਹ ਪ੍ਰਵਾਨ ਹੋਣਾ ਜਿਸ ਸਰੀਰ ਨੇ ਆਪਣਾ ਚਿੱਤ ਸਤਿਗੁਰੂ ਜੀ ਦੇ ਉਪਦੇਸ਼ ਨਾਲ ਜੋੜਿਆ, ਸਤਿਗੁਰੂ ਜੀ ਦੇ ਨਾਮ ਨਾਲ ਲਾਇਆ। ਇਸ ਕਰਕੇ ਗਰੀਬ ਨਵਾਜ ਕਹਿੰਦੇ ਰੱਬ ਨੇ ਵਹੀ ਕੱਢ ਕੇ ਬਹਿ ਕੇ ਤੇਰੇ ਪਾਸੋਂ ਲੇਖਾ ਮੰਗਣਾ ਹੈ। ਅਲਪਾਂ ਪਾਸੁਨ ਆਕੀਆਂ, ਬਾਕੀ ਜਿਨਾ ਰਹੀ। ਜਿਹੜੇ ਆਕੀ ਹੋ ਗਏ ਨਾ, ਆਕੀ ਕਹਿੰਦੇ ਬਾਗੀ ਹੋ ਗਏ। ਪਰਮੇਸ਼ਰ ਤੋਂ ਕੋਈ ਆਕੀ ਤਾਂ ਹੋ ਨਹੀਂ ਸਕਦਾ। ਆਕੀ ਹੋਣ ਤੋਂ ਭਾਵ ਇਹ ਹੈ ਜਿਨ੍ਹਾਂ ਨੇ ਗੁਰੂ ਕੀ ਸਿੱਖਿਆ ਨਹੀਂ ਮੰਨੀ, ਜਿਹੜੇ ਬੇਮੁਖ ਹੋ ਗਏ, ਮਨਮੁਖ ਹੋ ਗਏ, ਉਹ ਆਕੀ ਹੋ ਗਏ। ਜਿਨ੍ਹਾਂ ਨੇ ਗੁਰੂ ਕੀ ਆਗਿਆ ਵਿੱਚ ਨਾ ਜੀਵਨ ਬਤੀਤ ਕੀਤਾ, ਗੁਰੂ ਕੀ ਸਿੱਖੀ ਧਾਰਨ ਕਰਕੇ ਸਿੱਖੀ ਤੋਂ ਜਿਨ੍ਹਾਂ ਨੇ ਮੂੰਹ ਮੋੜ ਲਿਆ, ਬੇਮੁਖ ਹੋ ਗਏ, ਉਹਨਾਂ ਨੂੰ ਆਕੀ ਆਖਿਆ। ਉਹਨਾਂ ਨੂੰ ਫਿਰ ਤਲਬਾ ਪੌਸਨ ਆਕੀਆ, ਆਕੀਆਂ ਨੂੰ ਤਲਬਾ ਕਹੀਏ, ਆਵਾਜ਼ਾਂ ਪੈਣਗੀਆਂ, ਸਖਤੀ ਦੇ ਨਾਲ ਸੱਦਿਆ ਜਾਵੇਗਾ। ਇਧਰ ਆ ਕਰਕੇ ਪੇਸ਼ੀ ਭੁਗਤੋ ਬਈ, ਸੱਦਾ ਆਇਆ ਹੈ, ਪੇਸ਼ੀ ਆਈ ਹੈ। ਉਹਨਾਂ ਨੂੰ ਰੱਬ ਦੀ ਕਚਹਿਰੀ ਦੇ ਵਿੱਚ ਤਾੜਨਾ ਦੇ ਸਹਿਤ ਲਿਜਾਇਆ ਜਾਵੇਗਾ। ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਦਾ ਬਕਾਇਆ ਰਹਿ ਗਿਆ, ਜਿਨ੍ਹਾਂ ਦੀ ਬਾਕੀ ਰਹਿ ਗਈ, ਜਿਨ੍ਹਾਂ ਨੇ ਉੱਥੇ ਦੇਣਾ ਹੈ ਹਿਸਾਬ ਕਿਤਾਬ, ਜਿਨ੍ਹਾਂ ਦੀ ਬਾਕੀ ਰਹਿ ਗਈ। ਬਾਕੀ ਤੋਂ ਭਾਵ ਜਿਨ੍ਹਾਂ ਦੇ ਅੰਦਰ ਔਗਣ ਹਨ, ਜਿਨ੍ਹਾਂ ਨੇ ਪਾਪ ਕੀਤੇ, ਪਾਪਾਂ ਰੂਪੀ ਬਾਕੀ ਜਿਨ੍ਹਾਂ ਦੀ ਬਕਾਇਆ ਰਹਿ ਗਿਆ, ਜਿਨ੍ਹਾਂ ਨੂੰ ਉਹ ਦੇਣਾ ਪੈ ਗਿਆ ਨਾ, ਉਹ ਲੈਣਾ ਦੇਣਾ, ਤੇ ਉਹਨਾਂ ਨੂੰ ਫਿਰ ਉੱਥੇ ਸੱਦਿਆ ਜਾਵੇਗਾ। ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ। ਅਜ਼ਰਾਈਲ ਕਹਿੰਦੇ ਮੌਤ ਦਾ ਫਰਿਸ਼ਤਾ, ਜੋ ਮੌਤ ਦਾ ਫਰਿਸ਼ਤਾ ਹੈ ਨਾ, ਹੋਸੀ ਆਏ ਤਈ, ਉਹ ਤਈ ਤਿਆਰ ਹੋ ਕਰਕੇ ਉਹ ਆ ਜਾਵੇਗਾ ਲਿਜਾਣ ਵਾਸਤੇ। ਇਸ ਜੀਵ ਨੂੰ ਇਸ ਸਰੀਰ ਦੇ ਵਿੱਚੋਂ ਕੱਢ ਕੇ ਲੈ ਕੇ ਜਾਵੇਗਾ। ਜੋ ਜਿੰਦ ਨੂੰ ਜਾਣ ਨੂੰ ਕੱਢ ਕੇ ਲੈ ਕੇ ਜਾਂਦਾ, ਉਹਦਾ ਨਾਂ ਅਜ਼ਰਾਈਲ ਹੈ। ਉਹ ਅਜ਼ਰਾਈਲ ਫਰਿਸ਼ਤਾ, ਮੌਤ ਦਾ ਫਰਿਸ਼ਤਾ ਆ ਜਾਵੇਗਾ। ਜਿੰਦ ਨਿਮਾਣੀ ਕੱਢੀਏ ਹੱਡਾ ਕੂਕੜ ਕਾਏ, ਤਾਂ ਇਸ ਹੱਡਾਂ ਦੇ ਵਿੱਚੋਂ, ਸਰੀਰ ਦੇ ਵਿੱਚੋਂ ਜਿੰਦ ਨੂੰ ਕੱਢ ਕੇ ਲੈ ਕੇ ਉੱਥੇ ਪੇਸ਼ ਕਰੇਗਾ। ਆਵਣ ਜਾਣ ਨਾ ਸੁਝੇ, ਭੀੜੀ ਗਲੀ ਫਹੀ। ਤੇ ਜਦੋਂ ਅੱਗੇ ਪਰਲੋਕ ਦੇ ਰਸਤੇ ਵਿੱਚ ਜਾਣਾ ਹੈ ਨਾ, ਫਿਰ ਭੀੜੀ ਗਲੀ ਦੇ ਵਿੱਚ ਫਸ ਜਾਣਾ ਇਹ ਜੀਵ ਦੀ ਜਿੰਦ ਨੇ। ਫਹੀ ਫਸ ਜਾਵੇਗੀ ਜਿੰਦ ਭੀੜੀ ਗਲੀ ਦੇ ਵਿੱਚ। ਉੱਥੇ ਖੁੱਲੀ ਸੜਕ ਨਹੀਂ ਮਿਲਣੀ ਇਹਨੂੰ, ਉੱਥੇ ਖੁੱਲਾ ਰਸਤਾ ਨਹੀਂ ਮਿਲਣਾ ਹੈ, ਉੱਥੇ ਚੌੜੇ ਹੋ ਕੇ ਨਹੀਂ ਤੁਰਿਆ ਜਾਣਾ ਬਾਹਾਂ ਖਿਲਾਰ ਕੇ। ਉੱਥੇ ਤੇ ਅਵ ਘੱਟ ਗਲੀਆਂ ਭੀੜੀਆਂ, ਭੀੜੀ ਗਲੀ ਥਾਣੀ ਲੰਘਣਾ ਪੈਣਾ। ਆਵਣ ਜਾਣ ਨਾ ਸੁਝਈ, ਫਿਰ ਉੱਥੇ ਨਾ ਇਹਨੂੰ ਸੁਝਣਾ ਹੀ ਹੈ ਕੁਝ ਕਿ ਹੁਣ ਮੈਂ ਕਿਹੜੇ ਪਾਸੇ ਨੂੰ ਆਵਾਂ ਜਾਵਾਂ, ਕਿ ਕਿਸੇ ਪਾਸੇ ਭੱਜ ਕੇ ਨਿਕਲ ਜਾਵਾਂ। ਆਉਣਾ ਜਾਣਾ ਨਹੀਂ ਉੱਥੇ ਸੁਝਣਾ। ਫਿਰ ਜਦੋਂ ਉਹਨਾਂ ਨੇ ਸੰਗਲ ਮਾਰੇ ਹੋਏ, ਗਲ ਸੰਗਲ ਸਿਰ ਮਾਰੇ ਉਭਾਓ, ਜਦੋਂ ਗਲ ਵਿੱਚ ਸੰਗਲ ਪਾ ਕੇ ਲੈ ਕੇ ਗਏ ਤੇ ਆਉਣਾ ਜਾਣਾ ਨਹੀਂ ਸੁਝੇਗਾ, ਭੀੜੀ ਗਲੀ ਥਾਣੀ ਲੰਘਣਾ ਪੈਣਾ। ਜਿਹਦਾ ਜ਼ਿਕਰ ਆਸਾ ਕੀ ਵਾਰ ਚ ਵੀ ਮਹਾਰਾਜ ਨੇ ਕੀਤਾ ਵੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਇੱਥੇ ਮਨ ਭਾਉਂਦੇ ਹੁਕਮ ਕੀਤੇ, ਪਰ ਅੱਗੇ ਨਹੀਂ ਚੱਲਣੇ ਮਨ ਭਾਉਂਦੇ ਹੁਕਮ। ਉੱਥੇ ਤੇ ਰਾਹੇ ਭੀੜਾ ਅੱਗੇ ਜਾਵਣਾ, ਭੀੜੇ ਰਾਹ ਥਾਣੀ, ਭੀੜੀ ਗਲੀ ਫਹੀ ਫਸ ਜਾਣਾ ਇਹਨੇ। ਭੀੜੀ ਗਲੀ ਵਿੱਚ, ਭੀੜੀ ਗਲੀ ਥਾਣੀ ਲੰਘਣਾ ਪੈਣਾ, ਭੀੜੇ ਰਾਹ ਥਾਣੀ ਜਾਣਾ ਪੈਣਾ। ਰਾਹੇ ਭੀੜਾ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਾਰੇ ਔਗਣ ਪਛੋਤਾਵਣਾ। ਐਸੀ ਹਾਲਤ ਹੋਵੇਗੀ। ਕੂੜ ਨੇ ਕੁੱਟੇ ਨਾਨਕਾ, ਓੜਕ ਸੱਚ ਰਹੀ। ਗਰੀਬ ਨਵਾਜ ਸਾਹਿਬ ਕਹਿੰਦੇ ਕੂੜ ਨੇ ਨਖੁੱਟ ਜਾਣਾ ਹੈ। ਨਿਖੁੱਟ ਤੋਂ ਭਾਵ ਹੈ ਮੁੱਕ ਜਾਵੇਗਾ। ਝੂਠ ਨੇ ਮੁੱਕ ਜਾਣਾ, ਉੱਥੇ ਝੂਠ ਦੀ ਨਹੀਂ ਚੱਲਣੀ, ਇੱਥੇ ਤੇ ਝੂਠੀ ਦੀ ਚਲਾਉਂਦਾ ਨਾ। ਇੱਥੇ ਤੇ ਝੂਠਾ ਵੀ ਸੱਚਾ ਬਣ ਜਾਂਦਾ, ਸੱਚੇ ਨੂੰ ਝੂਠਾ ਬਣਾ ਦਿੱਤਾ ਜਾਂਦਾ। ਪਰ ਉੱਥੇ ਕੂੜ ਜਿਹੜਾ ਉਹ ਨਖੁੱਟ ਜਾਵੇਗਾ, ਝੂਠ ਮੁੱਕ ਜਾਵੇਗਾ। ਓੜਕ ਨੂੰ, ਅਖੀਰ ਨੂੰ ਸੱਚ ਨਹੀਂ ਰਹਿਣਾ ਹੈ। ਸੱਚ ਦੀ ਜਿੱਤ ਹੋਣੀ ਹੈ ਤੇ ਝੂਠ ਨੇ ਹਾਰ ਜਾਣਾ ਹੈ। ਓੜਕ ਨੂੰ, ਅਖੀਰ ਨੂੰ। ਪੌੜੀ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਹਰ ਕਾ ਸਭ ਸਰੀਰ ਹੈ, ਇਹ ਜਿੰਨਾ ਵੀ ਬ੍ਰਹਿਮੰਡ ਰਚਿਆ ਹੋਇਆ ਹੈ ਨਾ,
ਇਹ ਵਿਰਾਟ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਦਾ ਹੀ ਸਾਰਾ ਸਰੀਰ ਹੈ। ਇਹ ਜਿੰਨੇ ਖੰਡ ਤੇ ਬ੍ਰਹਿਮੰਡ ਰਚੇ ਹੋਏ ਆ, ਜਾਂ ਇਸੇ ਤਰ੍ਹਾਂ ਜਿੰਨੇ ਸਰੀਰ ਬਣਾਏ ਹੋਏ ਜੀਵਾਂ ਜੰਤੂਆਂ ਦੇ, ਇਹ ਮਨੁੱਖਾਂ ਦੇ, ਇਹ ਸਾਰੇ ਸਰੀਰ ਵਾਹਿਗੁਰੂ ਜੀ ਦੇ ਹੀ ਪੈਦਾ ਕੀਤੇ ਹੋਏ ਹਨ। ਹਰ ਰਵ ਰਹਿਆ ਸਭ ਆਪੈ, ਤੇ ਹਰੀ ਪਰਮੇਸ਼ਰ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਤੇ ਸਾਰਿਆਂ ਸਰੀਰਾਂ ਦੇ ਵਿੱਚ ਆਪ ਹੀ ਰਵ ਰਿਹਾ ਹੈ। ਰਵ ਰਿਹਾ ਤੋਂ ਭਾਵ ਵਿਆਪਕ ਹੋ ਰਿਹਾ ਹੈ, ਆਪ ਹੀ ਸਾਰੇ ਥਾਵਾਂ ਤੇ ਉਹ ਹਰੀ ਵਿਆਪਕ ਹੋ ਰਿਹਾ ਹੈ। ਹਰ ਕੀ ਕੀਮਤ ਨਾ ਪਵੈ, ਉਸ ਹਰ ਥਾਂ ਤੇ ਵਸਣ ਵਾਲੇ, ਹਰੇਕ ਨੂੰ ਹਰਿਆਂ ਭਰਿਆਂ ਕਰਨ ਵਾਲੇ ਹਰੀ ਦੀ ਕੀਮਤ ਨਹੀਂ ਪੈਂਦੀ ਹੈ। ਕੋਈ ਮੁੱਲ ਨਹੀਂ ਦੱਸ ਸਕਦਾ ਵੀ ਕਿਹੜੇ ਮੁੱਲ ਨਾਲ ਉਹਦੀ ਪ੍ਰਾਪਤੀ ਹੋ ਸਕਦੀ ਹੈ। ਉਹ ਸੋਨੇ ਦੇ ਭਾਅ ਮਿਲ ਸਕਦਾ ਹੈ, ਚਾਂਦੀ ਦੇ ਵੱਟੇ ਮਿਲ ਸਕਦਾ ਹੈ, ਰੁਪਈਆਂ ਨਾਲ ਮਿਲ ਸਕਦਾ ਹੈ, ਕਿੰਨਾ ਜਪ ਤਪ ਕਰਨ ਨਾਲ ਮਿਲ ਸਕਦਾ ਹੈ। ਕੀਮਤ ਨਹੀਂ ਕੋਈ ਪਾਈ ਜਾ ਸਕਦੀ ਹੈ। ਸਾਈਂ ਨਾਮ ਅਮੋਲ ਕੀਮਣਾ ਕੋਈ ਜਾਣ ਦੋ, ਉਹਦੀ ਕੀਮਤ ਨਹੀਂ ਕੋਈ ਵੀ ਜਾਣਦਾ ਹੈ। ਇਸ ਕਹਿਣ ਨ ਜਾਪੈ, ਕੁਛ ਵੀ ਮਹਾਰਾਜ ਕਹਿੰਦੇ ਕਹਿਣਿਆ ਨਹੀਂ, ਕਹਿਆ ਨਹੀਂ ਜਾ ਸਕਦਾ ਹੈ, ਨਹੀਂ ਕੁਝ ਬਿਆਨ ਕੀਤਾ ਜਾ ਸਕਦਾ ਹੈ। ਉਹ ਬੇਅੰਤ ਹੀ ਬੇਅੰਤ ਆਖਿਆ ਜਾ ਸਕਦਾ ਹੈ। ਬੇਅੰਤ 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 ਕੋ ਕਰੰਤ ਪਾਠ ਵੇਖੀਐ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ। ਉਹਦੇ ਵਾਸਤੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰ ਪ੍ਰਸਾਦੀ ਸਾਲਾਹੀ ਹੈ, ਇਹ ਭਾਈ ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੁੰਦੀ ਹੈ, ਗੁਰੂ ਕੀ ਪ੍ਰਸਾਦ ਕਿਰਪਾ ਹੁੰਦੀ ਹੈ, ਫਿਰ ਗੁਰੂ ਕੀ ਕਿਰਪਾ ਨਾਲ ਉਹ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ। ਇਸ ਕਰਕੇ ਗੁਰੂ ਕੀ ਕਿਰਪਾ ਲੈ ਕੇ, ਗੁਰੂ ਕੀ ਕਿਰਪਾ ਦੇ ਪਾਤਰ ਬਣ ਕੇ ਵਾਹਿਗੁਰੂ ਜੀ ਨੂੰ ਸਲਾਹੁਣਾ ਕਰੀਏ, ਸਿਫਤ ਕਰੀਏ ਉਸਦੀ। ਹਰ ਭਗਤੀ ਰਾਪੈ, ਫਿਰ ਹਰੀ ਆਪਣੀ ਭਗਤੀ ਦੇ ਰੰਗ ਦੇ ਵਿੱਚ ਰੰਗ ਦੇਵੇਗਾ, ਫਿਰ ਹਰੀ ਦੀ ਭਗਤੀ ਦਾ ਰੰਗ ਚੜ ਜਾਵੇਗਾ। ਸਭ ਮਨ ਤਨ ਹਰਿਆ ਹੋਇਆ, ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਕੀਤੀ ਨਾ, ਗੁਰੂ ਕੀ ਕਿਰਪਾ ਦੇ ਪਾਤਰ ਬਣ ਕੇ, ਸਭ ਤਰ੍ਹਾਂ ਕਰਕੇ ਉਹਨਾਂ ਦਾ ਮਨ ਤੇ ਤਨ ਹਰਿਆ ਭਰਿਆ ਹੋ ਗਿਆ। ਮਨ ਖਿੜਿਆ ਹਰਿਆ ਬਾਗ, ਮਨ ਵੀ ਖੇੜੇ ਸਹਿਤ ਹੋ ਗਿਆ ਤੇ ਤਨ ਵੀ ਉਹਨਾਂ ਦਾ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਪ੍ਰਫੁੱਲਤ ਹੋ ਗਿਆ। ਮਨ ਦੇ ਵਿੱਚ ਵੀ ਸ਼ੁਭ ਗੁਣ ਵਸ ਗਏ, ਉਹਨਾਂ ਦਾ ਮਨ ਤਨ ਹਰਿਆ ਹੋ ਗਿਆ। ਅਹੰਕਾਰ ਗਵਾਪੈ, ਜਿਨ੍ਹਾਂ ਤੇ ਗੁਰੂ ਕੀ ਕਿਰਪਾ ਹੋਈ ਉਹਨਾਂ ਦਾ ਹੰਕਾਰ ਵੀ ਗਵਾਚ ਗਿਆ। ਉਹ ਹੰਕਾਰ ਨਹੀਂ ਕਰਦੇ, ਹੰਕਾਰੀ ਨਹੀਂ ਹੁੰਦੇ, ਉਹ ਤਾਂ ਮਸਕੀਨੀ ਧਾਰਨ ਕਰਦੇ, ਨਿਮਰਤਾ ਦੇ ਵਿੱਚ ਰਹਿੰਦੇ। ਉਹਨਾਂ ਨੂੰ ਸਮਝ ਆ ਗਈ ਕਿ ਨਿਮਰਤਾ ਦੇ ਵਿੱਚ ਸੁੱਖ ਹੈ, ਹੰਕਾਰ ਵਿੱਚ ਦੁੱਖ ਹੈ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਸਭ ਕੁਛ ਹਰ ਕਾ ਖੇਲ ਹੈ, ਅਖੀਰ ਤੇ ਮਹਾਰਾਜ ਕਹਿੰਦੇ ਭਾਈ ਸਾਰਾ ਕੁਝ ਹਰੀ ਪਰਮੇਸ਼ਰ ਦਾ ਇਹ ਰਚਿਆ ਹੋਇਆ ਖੇਲ ਹੀ ਆ, ਇੱਕ ਖੇਡ ਆ ਸਾਰਾ ਸੰਸਾਰ। ਤੇ ਸਾਰਾ ਸੰਸਾਰ ਹੀ ਇਸ ਖੇਲ ਦੇ ਵਿੱਚ ਖੇਲ ਰਿਹਾ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਇਹ ਤਮਾਸ਼ਾ ਹੀ ਹੈ, ਇੱਕ ਖੇਡ ਰਚੀ ਹੋਈ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ। ਗੁਰਮੁਖ ਕਿਸੈ ਬੁਝਾਈ, ਇਹ ਸੰਸਾਰ ਰੂਪੀ ਖੇਲ ਦੀ ਕਿਸੇ ਗੁਰਮੁਖ ਨੂੰ ਸਮਝ ਪੈਂਦੀ ਹੈ, ਜਿਸ ਨੂੰ ਗੁਰੂ ਸਾਹਿਬ ਜੀ ਕਿਸੇ ਗੁਰਮੁਖ ਨੂੰ ਸਮਝਾ ਦਿੰਦੇ, ਬੁਝਾ ਦਿੰਦੇ, ਉਸੇ ਨੂੰ ਬੂਝ ਆਉਂਦੀ ਹੈ। ਆਹੋ ਆਹੋ ਸੱਚੇ ਪਾਤਸ਼ਾਹ, ਤੇ ਜਿਹਨੂੰ ਸਮਝ ਆ ਜਾਂਦੀ ਉਹ ਫਿਰ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਹੋਇਆਂ ਕਹਿੰਦਾ ਹੈ, ਧੰਨ ਹੈ ਤੂੰ ਸੱਚੇ ਪਾਤਸ਼ਾਹ, ਪ੍ਰੇਰਕ ਹੈ, ਅਸਚਰਜ ਹੈ, ਵਿਸਮਾਦ ਹੈ ਤੂੰ ਸੱਚੇ ਪਾਤਸ਼ਾਹ। ਸੱਚੀ ਨਾਈ, ਤੇ ਤੂੰ ਸੱਚੀ ਸੋਭਾ ਵਾਲਾ ਹੈ, ਤੂੰ ਆਪ ਵੀ ਸੱਚਾ ਹੈ, ਅਸਚਰਜ ਹੈ, ਤੇਰੇ ਬਾਰੇ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ, ਤੇ ਤੇਰੀ ਸੋਭਾ ਵੀ ਸੱਚੀ ਹੈ। ਜਿਸ ਗੁਰਮੁਖ ਨੂੰ ਮਹਾਰਾਜ ਸਾਹਿਬ ਜੀ ਬੁਝਾ ਦਿੰਦੇ ਨਾ ਆਪਣੀ ਮੱਤ, ਆਪਣੀ ਸੂਝ, ਉਹ ਫਿਰ ਪਰਮੇਸ਼ਰ ਵਾਹਿਗੁਰੂ ਨੂੰ ਧੰਨ ਧੰਨ ਹੀ ਕਹਿੰਦਾ ਹੈ, ਬੇਅੰਤ ਬੇਅੰਤੀ ਕਹਿੰਦਾ ਹੈ। ਉਹ ਕਹਿੰਦਾ ਅੰਤ ਤਾਂ ਆਉਣਾ ਨਹੀਂ ਕਿਸੇ ਪਾਸਿਓਂ। ਕਬੀਰ ਸਾਤ ਸਮੁੰਦਰ ਹੈ ਮਸ ਕਰੋ, ਕਲਮ ਕਰੋ ਬਨਰਾਏ, ਬਸਦਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। 13ਵੀਂ ਪੌੜੀ ਸ਼ਲੋਕਾਂ ਦੇ ਸਹਿਤ ਪਵਿੱਤਰ ਉਪਦੇਸ਼ ਬਖਸ਼ਿਆ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਸੇ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਕਿਸੈ ਬੁਝਾਈ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।